ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਬਖਿਆਨ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਬੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਅਸ਼ਟਪਦੀਆ ਮਹੱਲਾ ਪਹਿਲਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵੇਦ ਪੁਰਾਨ ਕਥੇ ਸੁਣੇ ਹਾਰੇ ਮੁਨੀ ਅਨੇਕਾ। 68 ਤੀਰਥ ਬੋਹ ਘਾਣਾ ਭ੍ਰਮ ਥਾਕੇ ਭੇਖਾ। ਵੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ। 68 ਤੀਰਥ ਬੋਹ ਘਾਣਾ ਭ੍ਰਮ ਥਾਕੇ ਭੇਖਾ। ਸਾਚੋ ਸਾਹਿਬ ਨਿਰਮਲੋ ਮਨ ਮਾਨੈ ਏਕਾ। ਤੂੰ ਅਜਰਾਵਰ ਅਮਰ ਤੂੰ ਸਭ ਚਾਲਣ ਹਾਰੀ। ਨਾਮ ਰਸਾਇਣ ਭਾਏ ਲੈ ਪਰ ਹਰ ਦੁਖ ਭਾਰੀ। ਰਹਾਉ ਹਰ ਪੜ੍ਹੀਐ ਹਰ ਬੁੱਝੀਐ ਗੁਰਮਤਿ ਨਾਮ ਉਧਾਰਾ। ਗੁਰ ਪੂਰੈ ਪੂਰੀ ਮਤ ਹੈ ਪੂਰੈ ਸ਼ਬਦ ਵਿਚਾਰਾ।
68 ਤੀਰਥ ਹਰ ਨਾਮ ਹੈ, ਕਿਲ ਬਿਖ ਕਾਟਣ ਹਾਰਾ। ਜਲ ਬਿਲੋਵੈ ਜਲ ਮਥੈ, ਤਤ ਲੋੜੈ ਅੰਧ ਅਗਿਆਨਾ। ਗੁਰਮਤੀ ਦਦ ਮੱਥੀਐ, ਅੰਮ੍ਰਿਤ ਪਾਈਐ ਨਾਮ ਨਿਧਾਨਾ। ਮਨ ਮੁਖ ਤਤ ਨ ਜਾਣਨੀ, ਪਸ਼ੂ ਮਾਹੇ ਸਮਾਨਾ। ਹੋਮੈ ਮੇਰਾ ਮਰੀ ਮਰ, ਮਰ ਜੰਮੈ ਬਾਰੋ ਬਾਰ। ਗੁਰ ਕੈ ਸ਼ਬਦੇ ਜੇ ਮਰੈ, ਫਿਰ ਮਰੈ ਨ ਦੂਜੀ ਬਾਰ। ਗੁਰਮਤੀ ਜਗ ਜੀਵਨ ਮਨ ਵਸੈ, ਸਭ ਕੁਲ ਉਦਾਹਰਣ ਹਾਰ। ਹੋਮੈ ਮੇਰਾ ਮਰੀ ਮਰ, ਮਰ ਜੰਮੈ ਵਾਰੋ ਵਾਰ। ਗੁਰ ਕੈ ਸ਼ਬਦੇ ਜੇ ਮਰੈ, ਫਿਰ ਮਰੈ ਨ ਦੂਜੀ ਵਾਰ। ਗੁਰਮਤੀ ਜਗ ਜੀਵਨ ਮਨ ਵਸੈ, ਸਭ ਕੁਲ ਉਦਾਹਰਣ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਵਰ ਛਤਰ ਤਖ਼ਤ ਦੇ ਮਾਲਕ, ਬਾਣੀ ਕੇ ਬੋਹਿਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਬਾਰੇ ਸਤ ਸੰਗੀ ਜਨੋ। ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਵੰਸ ਦਾਨੀ ਸਹਿਬੇ ਕਮਾਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਜੋ ਪਾਵਨ ਸ਼ਬਦ ਆਪ ਜੀ ਨੇ ਸ਼ਰਵਣ ਕੀਤਾ ਹੈ, ਇਸ ਪਾਵਨ ਸ਼ਬਦ ਦੀ ਆਪਾਂ ਨੇ ਵਿਚਾਰ ਸ਼ਰਵਣ ਕਰਨੀ ਹੈ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਅਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਅਸ਼ਟਪਦੀਆ ਮਹੱਲਾ ਪਹਿਲਾ। ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਾਰੂ ਰਾਗ ਦੇ ਵਿੱਚ
ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲੇ ਘਰ ਸੁਰਤਾਲ ਦੇ ਵਿੱਚ ਅਸ਼ਟਪਦੀਆਂ ਉਚਾਰਨ ਕਰ ਰਹੇ ਹਨ। ਮਾਰੂ ਰਾਗ ਦੇ ਵਿੱਚ ਇੱਥੋਂ ਅਸ਼ਟਪਦੀਆਂ ਦੀ ਆਰੰਭਤਾ ਹੋਈ ਹੈ। 1008 ਅੰਕ ਤੇ ਅਸ਼ਟਪਦੀਆਂ ਦੀ ਆਰੰਭਤਾ ਹੋਈ ਹੈ ਤੇ ਪਹਿਲੀ ਅਸ਼ਟਪਦੀ ਮਾਰੂ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਆਰੰਭਤਾ ਹੋਈ ਹੈ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਹਨ। ਸਤਿਗੁਰੂ ਜੀ ਨੇ ਮੰਗਲਾਚਰਨ ਕੀਤਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ ਤੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਸਦਕਾ, ਮਿਹਰ ਸਦਕਾ ਉਹ ਪਰਮਾਤਮਾ ਪ੍ਰਾਪਤ ਹੁੰਦਾ ਹੈ। ਵੇਦ ਪੁਰਾਨ ਕਥੇ ਸੁਣੇ, ਹਾਰੇ ਮੁਨੀ ਅਨੇਕਾ। 860 ਤੀਰਥ ਬਹੁ ਕਾਣਾ, ਭ੍ਰਮ ਥਾਕੇ ਭੇਖਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਦੁਆਰਾ, ਜਿੱਥੇ ਸਤਿਗੁਰੂ ਜੀ ਤੀਰਥਾਂ ਦਾ ਖੰਡਨ ਕਰਦੇ ਨੇ, ਉੱਥੇ ਨਾਲ ਹੀ ਉਹ ਲੋਕ ਜਿਹੜੇ ਵੇਦ ਸ਼ਾਸਤਰ ਇਤਿਆਦਿਕ ਪੜ੍ਹਦੇ ਨੇ, ਸੁਣਦੇ ਨੇ, ਉਹਨਾਂ ਦਾ ਵੀ ਸਤਿਗੁਰੂ ਨੇ ਖੰਡਨ ਕੀਤਾ ਹੈ। ਹੁਣ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਵੇਦ ਸ਼ਾਸਤਰ ਧਰਮ ਗ੍ਰੰਥ ਸੁਣਨੇ ਨਹੀਂ ਹਨ, ਪੜ੍ਹਨੇ ਨਹੀਂ ਹਨ। ਮਨੁੱਖ ਨੂੰ ਹਰ ਧਰਮ ਦਾ ਗਿਆਨ ਹੋਣਾ ਚਾਹੀਦਾ। ਜਿਵੇਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਿਆਰੇ ਨੇ, ਸਤਿਗੁਰਾਂ ਦੀ ਬਾਣੀ ਨਾਲ ਆਪਾਂ ਪਿਆਰ ਕਰਦੇ ਹਾਂ, ਇਸੇ ਤਰ੍ਹਾਂ ਹੀ ਹਿੰਦੂ ਵੀਰ ਆਪਣੇ ਵੇਦ ਸ਼ਾਸਤਰ ਧਰਮ ਗ੍ਰੰਥਾਂ ਨਾਲ ਪਿਆਰ ਕਰਦੇ ਨੇ। ਤੇ ਸਤਿਗੁਰੂ ਜੀ ਦਾ ਕਹਿਣ ਦਾ ਭਾਵ ਕੀ ਹੈ? ਸਤਿਗੁਰੂ ਜੀ ਦਾ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਲੋਕ ਕੇਵਲ ਪਖੰਡ ਸਹਿਤ ਵੇਦ ਸ਼ਾਸਤਰ ਪੜ੍ਹਦੇ ਨੇ, ਬੇਪਖੰਡ ਸਹਿਤ ਵੇਦ ਸ਼ਾਸਤਰ ਸੁਣਦੇ ਨੇ, ਪਰ ਕਮਾਈ ਨਹੀਂ ਕਰਦੇ। ਸੁਣਦੇ ਵੀ ਲੋਕ ਲੱਜਾਂ ਨੂੰ ਮੁੱਖ ਰੱਖਦਿਆਂ ਹੋਇਆਂ ਤੇ ਪੜ੍ਹਦੇ ਵੀ ਹਨ, ਪਰ ਉਹਨਾਂ ਉੱਤੇ ਅਮਲ ਨਹੀਂ ਕਰ ਰਹੇ ਹਨ। ਉਹਨਾਂ ਦੇ ਬਾਬਤ ਸਤਿਗੁਰੂ ਇੱਥੇ ਕਹਿ ਰਹੇ ਨੇ ਕਿ ਭਾਈ ਤੁਸੀਂ ਦੁਨੀਆ ਦੇ ਲੋਕਾਂ ਨੂੰ ਪਖੰਡ ਕਰਕੇ ਨਾ ਵਿਖਾਵੋ। ਜੇ ਤੁਸੀਂ ਵਾਕਈ ਵੇਦ ਸ਼ਾਸਤਰ ਧਾਰਮ ਗ੍ਰੰਥ ਪੜ੍ਹਦੇ ਹੋ ਜਾਂ ਸੁਣਦੇ ਹੋ, ਫਿਰ ਅਮਲ ਕਰੋ। ਜੋ ਵੇਦ ਸ਼ਾਸਤਰ ਤੁਹਾਨੂੰ ਕਹਿ ਰਹੇ ਨੇ ਉਹਦੇ ਮੁਤਾਬਕ ਆਪਣਾ ਜੀਵਨ ਬਤੀਤ ਕਰੋ, ਨਾਮ ਜਪੋ। ਗੁਰਬਾਣੀ ਦਾ ਇੱਥੋਂ ਤੱਕ ਬਚਨ ਕਰਦੀ ਹੈ, ਆਪਾਂ ਸਤਿਗੁਰ ਦੇ ਬਚਨ ਕਾ ਪੜ੍ਹਦੇ ਹਾਂ ਤੇ ਪਾਤਸ਼ਾਹ ਕਹਿੰਦੇ ਨੇ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਭਗਤ ਸਾਹਿਬਾਨ ਜੀ ਦੇ ਬਚਨ ਨੇ, ਕਬੀਰ ਸਾਹਿਬਾਨ ਜੀ ਦੇ। ਕਹਿੰਦੇ ਭਾਈ ਜਿਹੜੇ ਇਹ ਵੇਦ ਸ਼ਾਸਤਰ ਨੇ, ਚਾਰ ਕਤੇਬ ਨੇ ਇਸਲਾਮ ਦੇ, ਕਹਿੰਦੇ ਨੇ ਇਹਨਾਂ ਨੂੰ ਝੂਠੇ ਨਾ ਆਖਣਾ ਕਰੋ। ਇਹ ਝੂਠੇ ਨਹੀਂ ਹਨ। ਝੂਠੇ ਉਹ ਨੇ ਜਿਹੜੇ ਇਹਨਾਂ ਦੀ ਵਿਚਾਰ ਨਹੀਂ ਕਰਦੇ ਹਨ। ਫਿਰ ਇੱਥੋਂ ਤੱਕ ਸਤਿਗੁਰੂ ਜੀ ਵਚਨ ਕਰਦੇ ਨੇ ਕਿ ਸਿਮਰਤ ਵੇਦ ਪੁਰਾਣ, ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ, ਗਾਲੀ ਹੋਛੀਆਂ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸ਼ਬਦ ਹੈ। ਪਾਤਸ਼ਾਹ ਕਹਿੰਦੇ ਨੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਜਿੰਨੇ ਵੀ ਧਾਰਮਿਕ ਗ੍ਰੰਥ ਨੇ, ਵੇਦ ਸ਼ਾਸਤਰ ਇਤਿਆਦਿਕ ਨੇ, ਇਹ ਸਾਰੀ ਜਿੰਨੇ ਧਾਰਮਿਕ ਗ੍ਰੰਥ ਇਹੀ ਕਹਿ ਰਹੇ ਨੇ। ਇਹਨਾਂ ਵਿੱਚ ਕੀ ਲਿਖਿਆ ਹੋਇਆ ਕਿ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਨਾਮ ਤੋਂ ਬਿਨਾਂ ਜਿੰਨੀਆਂ ਵੀ ਗੱਲਾਂ ਕਰਨੀਆਂ ਉਹ ਸਾਰਾ ਹੋਛਾ ਪਣੇ, ਕੋਝਾ ਪਣੇ ਹੀ ਹੈ। ਇਸ ਕਰਕੇ ਗੁਰੂ ਸਾਹਿਬਾਨ ਜੀ ਬਹੁਤ ਸਾਰੇ ਪ੍ਰਮਾਣ ਗੁਰਬਾਣੀ ਵਿੱਚ ਸਾਨੂੰ ਮਿਲਦੇ ਨੇ। ਇਹ ਪਾਤਸ਼ਾਹ ਕਹਿੰਦੇ ਨੇ, ਬਹੁਤ ਸ਼ਾਸਤਰ ਬਹੁਤ ਸਿਮਰਤੀ, ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਲੋਕ ਹੈ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ। ਪਾਤਸ਼ਾਹ ਕਹਿਣ ਲੱਗੇ ਕਿ ਬੜੇ ਸ਼ਾਸਤਰ ਬਹੁਤ ਸਿਮਰਤੀਆਂ, 27 ਸਿਮਰਤੀਆਂ ਮੰਨੀਆਂ ਗਈਆਂ ਨੇ ਹਿੰਦੂ ਮਤ ਅਨੁਸਾਰ। 27 ਸਿਮਰਤੀਆਂ ਹਨ, ਵੇਦ ਸ਼ਾਸਤਰ ਹਨ, ਧਾਰਮਿਕ ਗ੍ਰੰਥ ਜਿੰਨੇ ਵੀ ਹਨ, ਧਾਰਮ ਪੁਸਤਕਾਂ ਪੜ੍ਹੀਆਂ, ਵਿਚਾਰੀਆਂ, ਚੰਗੀ ਤਰ੍ਹਾਂ ਢੰਡੋਲਣਾ ਕੀਤਾ। ਕਹਿੰਦੇ ਇਹਨਾਂ ਵਿੱਚ ਇਹੀ ਗੱਲ ਲਿਖੀ ਹੋਈ ਹੈ,
ਬਹੁ शास्त्र बहु संपेखे सर्व ढंढोल पूजस नाही हर हरे नानक नाम अमोल। कि हरि परमात्मा दे नाम दे बरोबर ये नहीं हो सकते, ना वेद हो सकते, ना शास्त्र हो सकते हैं, ना धर्म पुस्तकां हो सकदियां ने। हरि दा नाम अमुल है, उहदा कोई हद बन्ना नहीं है, उहदा कोई मुल नहीं पा सकता है। संसार दे विच ਵੱਡੇ ਤੋਂ ਵੱਡੀ ਬੇਸ਼ੁਮਾਰ ਕੀਮਤੀ ਕੋਈ ਵਸਤੂ ਹੋਵੇ ਉਹਦਾ ਵੀ ਮੁੱਲ ਪੈ ਜਾਂਦਾ ਹੈ, ਪਰ ਗੁਰੂ ਸਵਾਰਿਓ ਪਰਮਾਤਮਾ ਦੇ ਨਾਮ ਦਾ ਕੋਈ ਮੁੱਲ ਨਹੀਂ ਪਾ ਸਕਦਾ। ਪਰਮਾਤਮਾ ਦਾ ਨਾਮ ਅਮੁੱਲਕ ਹੈ, ਮੁੱਲ ਤੋਂ ਰਹਿਤ ਹੈ। ਤੇ ਸਤਿਗੁਰੂ ਇੱਥੇ ਬਚਨ ਕਰਦੇ ਕਿ ਵੇਦ ਪੁਰਾਣ ਕਥੇ ਸੁਣੇ। ਕਹਿੰਦੇ ਵੇਦ ਹੋ ਗਏ, 18 ਪੁਰਾਣ ਹੋ ਗਏ, 4 ਵੇਦ, ਇਹਨਾਂ ਨੂੰ ਕਹਿੰਦੇ ਕਥੇ ਕਹਿਣ ਵਾਲੇ ਅਤੇ ਸੁਣਨ ਵਾਲੇ ਅਨੇਕਾਂ ਮੁਨੀ ਜਨ। ਹਾਰੇ ਮੁਨੀ ਅਨੇਕਾਂ, ਕੋਈ ਸੁਣ ਰਿਹਾ ਹੈ, ਕੋਈ ਕਹਿ ਰਿਹਾ ਹੈ। ਕਹਿੰਦੇ ਇਸ ਤਰ੍ਹਾਂ ਕਹਿ ਕੇ ਸੁਣ ਕੇ ਅਨੇਕਾਂ ਮੁਨੀ ਜਨ ਥੱਕ ਕੇ ਬੈਠ ਗਏ। ਇੱਥੋਂ ਤੱਕ ਅਗਲੀ ਪੰਕਤੀ ਸਤਿਗੁਰੂ ਹੁਣ ਤੀਰਥਾਂ ਦਾ ਖੰਡਨ ਕਰਦੇ ਨੇ। 68 ਤੀਰਥ ਬਹੁ ਘਾਣਾ ਭਰਮ ਥਾਕੇ ਭੇਖਾ ਧਰਮ ਦੇ ਨਿਮਿੱਤ। ਤੀਰਥਾਂ ਦਾ ਇਸ਼ਨਾਨ ਕਰਨਾ ਹਿੰਦੂ ਮਤ ਅਨੁਸਾਰ 68 ਤੀਰਥ ਮੰਨੇ ਗਏ ਨੇ। ਜੋ ਸਾਡਾ ਇਹ ਭਾਰਤ ਦੇਸ਼ ਹੈ, ਇਸ ਦੇਸ਼ ਦੇ ਵਿੱਚ ਤੀਰਥਾਂ ਦੀ ਬਹੁਤ ਜ਼ਿਆਦਾ ਮਹੱਤਤਾ ਹਿੰਦੂ ਮਤ ਅਨੁਸਾਰ ਬਿਆਨ ਕੀਤੀ ਗਈ ਹੈ। ਤੀਰਥ ਹੈ ਕੀ ਨੇ, ਪਹਿਲਾਂ ਆਪਾਂ ਇਹ ਵਿਚਾਰ ਕਰੀਏ। ਪੁਰਾਤਨ ਸਮਿਆਂ ਦੇ ਵਿੱਚ ਜਿੰਨੇ ਵੀ ਸਾਧੂ ਸੰਤ ਮਹਾਤਮਾ ਰੱਬ ਦੇ ਪਿਆਰੇ ਹੋਏ ਨੇ, ਜਿਨ੍ਹਾਂ ਦੇ ਮਨ ਵਿੱਚ ਇਹ ਚਾਅ ਪੈਦਾ ਹੋਇਆ ਕਿ ਮੈਂ ਬੰਦਗੀ ਕਰਨੀ ਹੈ, ਉਸ ਪ੍ਰਭੂ ਨਾਲ ਮਿਲਣਾ, ਪ੍ਰਭੂ ਨਾਲ ਇੱਕ-ਮਿੱਕ ਹੋਣਾ ਹੈ, ਫਿਰ ਉਹਨਾਂ ਲੋਕਾਂ ਨੇ ਗੁਰੂ ਸਵਾਰਿਓ ਪਰਮਾਤਮਾ ਦੀ ਬੰਦਗੀ ਕਰਨ ਲਈ ਕੋਈ ਜੰਗਲਾਂ ਦੇ ਵਿੱਚ ਚਲਿਆ ਗਿਆ, ਕੋਈ ਪਰਬਤ ਵਾਸੀ ਬਣ ਗਿਆ, ਪਰਬਤਾਂ ਉੱਤੇ ਰਹਿ ਕੇ ਉੱਥੇ ਬੰਦਗੀ ਕਰਨ ਲੱਗ ਪਏ। ਕਈ ਗੁਫਾਵਾਂ ਵਿੱਚ, ਵੱਡੀਆਂ ਵੱਡੀਆਂ ਗੁਫਾਵਾਂ ਸੁਰੰਗਾਂ ਬਣੀਆਂ ਹੋਈਆਂ, ਉਹਨਾਂ ਗੁਫਾਵਾਂ ਵਿੱਚ ਜਾ ਕੇ ਬੈਠ ਗਏ। ਅਤੇ ਸਾਰਿਆਂ ਨੂੰ ਹੁਣ ਜਿੰਨੇ ਵੀ, ਚਾਹੇ ਬੰਦਗੀ ਕੋਈ ਵੀ ਕਰਦਾ ਹੈ, ਚਾਹੇ ਜੰਗਲ ਵਿੱਚ ਬੈਠਾ, ਚਾਹੇ ਪਹਾੜ ਉੱਤੇ ਬੈਠਾ ਹੋਇਆ, ਚਾਹੇ ਗੁਰੂ ਸਵਾਰਿਓ ਧਰਤੀ ਦੇ ਕਿਸੇ ਵੀ ਕੋਨੇ 'ਤੇ ਬੈਠਾ ਹੋਇਆ, ਅਤੇ ਮਨੁੱਖ ਦੀ ਜਿਹੜੀ ਲੋੜ ਹੈ, ਸਭ ਤੋਂ ਵੱਡੀ ਲੋੜ ਹੈ ਪਾਣੀ। ਗੁਰਬਾਣੀ ਮੁਤਾਬਕ ਸਤਿਗੁਰੂ ਕਹਿੰਦੇ ਨੇ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਜੇ ਪਾਣੀ ਨਾ ਮਿਲੇ ਮਨੁੱਖ ਨਹੀਂ ਬਚ ਸਕਦਾ। ਰੋਟੀ ਇੱਕ ਸਮੇਂ ਆਪਾਂ ਨਾ ਖਾਈਏ, ਇੱਕ ਦਿਨ ਨਾ ਰੋਟੀ ਮਿਲੇ, ਨਾ ਪ੍ਰਸ਼ਾਦਾ ਨਾ ਮਿਲੇ, ਮਨੁੱਖ ਬਚ ਸਕਦਾ ਹੈ। ਪਰ ਜੇ ਪਾਣੀ ਨਾ ਮਿਲੇ, ਪਾਣੀ ਤੋਂ ਬਿਨਾਂ ਮਨੁੱਖ ਦਾ ਜੀਵਨ ਖਤਮ ਹੈ। ਹੁਣ ਇਹ ਪਾਣੀ ਸਾਡੀਆਂ ਲੋੜਾਂ ਪੂਰੀਆਂ ਕਰਦਾ। ਪਾਣੀ ਸਭ ਤੋਂ ਵੱਡੀ ਗੱਲ ਸਾਡੀ ਪਿਆਸ ਬੁਝਾਉਂਦਾ। ਦੂਜੀ ਗੱਲ ਹੈ ਕਿ ਪਾਣੀ ਦੇ ਰਾਹੀਂ ਆਪਾਂ ਆਪਣੇ ਸਰੀਰ ਦੀ ਸਫਾਈ ਕਰ ਸਕਦੇ ਹਾਂ। ਇਸ਼ਨਾਨ ਇਤਿਆਦ ਕਰਨਾ, ਆਪਣੇ ਵਸਤਰ ਧੋਣੇ, ਸਾਡੀ ਫਸਲ ਹੋਣੀ, ਇਹ ਸਾਰੀ ਲੋੜਾਂ ਪੈਣ ਦਾ ਆਪਾਂ ਪਾਣੀ ਤੋਂ ਬਿਨਾਂ ਸਾਡੀ ਜ਼ਿੰਦਗੀ ਦਾ ਨਿਰਵਾਹ ਹੈ ਹੀ ਨਹੀਂ ਹੈ। ਅਤੇ ਉਦੋਂ ਫਿਰ ਜਿਹੜੇ ਇਹ ਰਿਸ਼ੀ ਮੁਨੀ ਇਤਿਆਦਕ ਸਨ, ਭਜਨ ਬੰਦਗੀ ਕਰਨ ਵਾਲੇ, ਇਹਨਾਂ ਨੇ ਫਿਰ ਨਦੀਆਂ ਦੇ ਕਿਨਾਰਿਆਂ 'ਤੇ ਜਾ ਕੇ ਆਪਣੇ ਡੇਰੇ ਲਾ ਲਏ। ਜਿੱਥੇ ਦਰਿਆ ਵਗਦੇ ਸੀ, ਨਦੀਆਂ ਵਗਦੀਆਂ ਸਨ, ਉਹਨਾਂ ਕਿਨਾਰਿਆਂ 'ਤੇ ਜਾ ਕੇ ਆਪਣੇ ਡੇਰੇ ਲਾਏ। ਦੂਜਾ ਗੱਲ ਇਹ ਹੁੰਦੀ ਹੈ ਕਿ ਇਕਾਂਤ ਦੇ ਵਿੱਚ ਜਦੋਂ ਮਨੁੱਖ ਬੰਦਗੀ ਕਰਨ ਲਈ ਬੈਠਦਾ ਨਾ, ਜਿੱਥੇ ਕੋਈ ਸ਼ੋਰ ਸ਼ਰਾਬਾ ਨਾ ਹੋਵੇ, ਅਤੇ ਉੱਥੇ ਗੁਰੂ ਸਵਾਰੇ ਫਿਰ ਮਨੁੱਖ ਦਾ ਜਿਹੜਾ ਧਿਆਨ ਹੈ ਕੇਂਦਰਿਤ ਹੁੰਦਾ ਹੈ। ਅਤੇ ਨਦੀਆਂ ਦੇ ਵਿੱਚ ਜਦੋਂ ਨਦੀਆਂ ਦੇ ਕਿਨਾਰਿਆਂ ਕੋਲ ਜਾ ਕੇ ਇਹ ਬੰਦਗੀ ਕਰਦੇ ਸੀ, ਅਤੇ ਉੱਥੇ ਇਹਨਾਂ ਦੀਆਂ ਲੋੜਾਂ ਇੱਕ ਪੂਰੀਆਂ ਹੁੰਦੀ, ਦੂਜਾ ਗੁਰੂ ਸਾਹਿਬ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਮਿਲਦੀ ਸੀ। ਜਦੋਂ ਮਨ ਕਰਨਾ ਉੱਠਣਾ ਭਜਨ ਬੰਦਗੀ ਕਰਨ ਦੇ ਲਈ, ਅਤੇ ਉੱਠ ਕੇ ਗੁਰੂ ਸਾਹਿਬ ਇਸ਼ਨਾਨ ਕਰ ਲੈਣਾ, ਚੌਂਕੜਾ ਮਾਰ ਕੇ ਬੈਠ ਜਾਣਾ। ਫਿਰ ਜਦੋਂ ਭਜਨ ਬੰਦਗੀ ਕਰਕੇ ਉੱਠਣਾ, ਪਿਆਸ ਲੱਗੀ, ਜਲ ਛਕ ਕੇ ਫਿਰ ਬੈਠ ਜਾਣਾ। ਇਸ ਤਰ੍ਹਾਂ ਇਹ ਨਦੀਆਂ, ਇਹਨਾਂ ਦਰਿਆਵਾਂ ਨਦੀਆਂ ਦੇ ਉੱਤੇ ਕਈ ਵਰ੍ਹੇ, ਕਈ ਸਾਲ ਇਹ ਬੰਦਗੀ ਕਰਦੇ ਰਹੇ। ਜਦੋਂ ਫਿਰ ਬੰਦਗੀ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚੇ ਨੇ,
फिर दुनिया के लोगों नूं इन्हां ने मैसेज देना कीता, सुनेहा दिता, पवित्र होना ना, पवित्र होने दे लई तुसीं तीर्थां उत्ते इशनान करो, पवित्र होने लई तीर्थां उत्ते इशनान करो। फिर गुरु सवारे लोकां ये नहीं दस्सिया कि इन्हां तीर्थां दे कोल बैठ के इत्थे बैठ के तुसीं बंदगी करो, परमेश्वर दे गुणां दा ज्ञान करो। हो सकदा रिशी मुनियां ने जिन्ने भी भजन बंदगी करने वाले उन्होंने आख्या होवेगा, पर मनुख की ये सोच है कि मनुख चंगे गुण नहीं अपनाउंदा, माड़े गुण नूं छेती अपनाउंदा है, ते चंगे गुण नूं अपनाउण लई गुरु सर ये देरी कर दिंदा है। तो एक गल पल्ले बन ली, उन्होंने आख्या कि भाई तीर्थां उत्ते इशनान करो, पवित्र होवो। हुण जे मन दा तन करके पवित्र होवांगे ताइयों गुरु सवारे उस मालक की बात हो सकती है ना। मन तो साडा पवित्र होना सतगुर की बाणी नाल सिमरन दे नाल होना है। पहला तन की सफाई भी जरूरी है। जे तन नहीं, साडे तन विच सफाई नहीं है, आपां इशनान ना करिए, वस्त्र धोते हुए ना पहनीए, फिर गुरु सवारिओ इस इन्हां साडे शरीर विचों सानूं बदबू आवेगी। जे तन साफ ते नाल गुरु सरे मन नूं आपां साफ करना बाणी नाल सिमरन दे नाल। तो ये लोगों ने फिर 68 तीर्थां का महात्म दसिया कि 68 तीर्थां उत्ते इशनान करना, इस तरह तुसीं पवित्र होवोगे। फिर गुरु सवारे ये लोग इशनान कर गंभीरां कत के तीर्थां उत्ते जाण लग पे। तो इस तरह इशनान करते रहे, तो पर उत्थे जाके ये नहीं सिक्ख्या लई कि इत्थे किहड़े रब दे प्यारे ने, भजनीक पुरश ने, किन्ना साल इत्थे बंदगी कीती है। तो इत्थे बंदगी वो सिक्ख्या नहीं लैके आए, केवल नहाण तक ही सीमित रहे। जे भगत कबीर साहबान जी कोल, भगत जी दे कोल आए ने ब्राह्मण लोग, कहण लगे कबीर जी असीं इशनान करन लई जा रहे हैं, 68 तीर्थ तुसीं साडे नाल चलो, तुसीं भगत हो, परमेश्वर की बंदगी करन वाले हो। तो भगत कबीर साहबान जी कहण लगे कि भाई मेरे कोल समा नहीं, मैं तो अपने इत्थे दरियां बुननियां, खड्डी लाई हुई है, जे मैं चलिया गया पिछों मेरा घर का काम खड़ जाना, इस करके तुसीं इंज करो, आ मेरी एक तुंबी, एक गड़बा भगत कबीर साहबान जी हाथ में पकड़ते सी, कहण लगे आ मेरी तुंबी ले जाना करो, इनू इशनान करा दिओ। पंडित लोग गए ने 68 तीर्थां उत्ते इशनान करते, आप एक एक चुब्भी मारते, तो तुंबियां दी तुंबी दी कई चुब्भियां लुआणा कीतियां। जदों 68 तीर्थां का इशनान करा के वापस आए, भगत कबीर साहब नूं वो तुंबी आके सौंपना की, तो कबीर जी ने इन्हां दे पखंड का खंडन करना सी। तो कबीर साहबान जी कहण लगे कि भाई गल ये है, तुसीं जिन्ने भी ब्राह्मण लोग, पंडित लोग 68 तीर्थां दे इशनान करके आए हो, मैं तुहाडे लई घर विच भोजन तैयार करना है, तुसीं सारिਆਂ ने इकट्ठे होकर फलाने दिन मेरे घर पहुँचना ते लंगर छकना है, तुहानूं दक्षिणा दित्ती जावेगी। जदों हुण पांडे लोगों ने यह सुनिया कि दक्षिणा नाल मिलेगी, भोजन मिलेगा, तो पांडे लोग सारे तैयार हो गए। वो दिन आया, प्रशादा पानी भगत कबीर साहबान जी ने तैयार किया। जो प्रशादा पानी तैयार होया तो गुरु थाल परोस दिते गए। बामणा ने ये मंत्र पढ़ के लंगर छकना शुरू किया, तो नाल जिहड़ी वो तुंबी सी, जिहड़ी तुंबी भगत कबीर साहबान जी का इशनान कराए 68 तीर्थां उत्ते, उहनूं चंगी तरह कुट के उहदी चटनी बना के कल्ले कल्ली थाल भी थोड़ी थोड़ी रखना की। जदों गुरु सवारे भगत कबीर इस तरह वो बुरकियां ला ला के मुख विच पाण, पहला प्रशादा छकण बड़ा स्वाद, जो चटनी नूं हथ ला चटनी ला के पाण, ते ऐनी कुड़त्तण सी, खाधे हुए पदार्थ जिहड़े बाहर नूं आ रहे सी, हैरान हो गए। तो कबीर साहबान जी कहण लगे कबीर जी ये तुसीं सानूं की शिकाणा कीता है, ये नाल तां साडी जिहड़ी खाधे हुए पदार्थ जी बाहर ऐनी कुड़त्तण। तो भगत कबीर साहबान जी कहण लगे कि भाई उही तुंबी है जिहदा तुसीं 68 तीर्थां उत्ते इशनान करा के लिआए हो। जे तुंबी दा कड़त्तण नहीं गई,
ਐ ਬ੍ਰਾਹਮਣ ਲੋਕੋ, ਤੁਹਾਡੇ ਮਨ ਜਾਤ ਦਾ ਅਪਮਾਨ, ਬ੍ਰਾਹਮਣ ਪੁਣੇ ਦਾ ਮਾਣ, ਤੁਹਾਡੀ ਕੁੜੱਤਣ ਕਿਵੇਂ ਦੂਰ ਹੋ ਗਈ। ਭਗਤ ਜੀ ਨੇ ਸ਼ਬਦ ਉਚਾਰਨ ਕੀਤਾ, ਕਹਿੰਦੇ ਹਿਰਦੈ ਕਪਟ ਮੁਖ ਗਿਆਨੀ, ਝੂਠੈ ਕਹਾਂ ਬਿਲੋਬਸ ਪਾਨੀ, ਕਾਇਆ ਮਾਂਜਸ ਕੌਣ ਗੁਣਾ, ਜੋ ਘਟ ਭੀਤਰ ਹੈ ਮਲਣਾ, ਲੋਕੀ 68 ਤੀਰਥ ਨਹਾਈ, ਕੋਰਾ ਪਨ ਤਉ ਨਾ ਜਾਏ। ਲੋਕੀ ਦਾ ਅਰਥ ਤੁੰਬੀ, ਕਿ ਇਸ ਤੁੰਬੀ ਦਾ 68 ਤੀਰਥਾਂ ਉੱਤੇ ਇਸ਼ਨਾਨ ਕਰਵਾਇਆ, ਪਰ ਕਹਿੰਦੇ ਸੱਚ ਜਾਣੀ ਦਾ ਕੋੜਾਪਣ ਕੁੜੱਤਣ ਨਹੀਂ ਗਈ। ਕਹਿੰਦੇ ਐ ਪਾਂਡੇ ਲੋਕੋ, ਤੁਹਾਡੀ ਹਾਲਤ ਵੀ ਐਸੀ ਹੈ, ਤੁਸੀਂ 68 ਤੀਰਥਾਂ ਉੱਤੇ ਇਸ਼ਨਾਨ ਕਰਕੇ ਆਏ ਹੋ। ਤਨ ਨੂੰ, ਤਨ ਦੀ ਸਫਾਈ ਸੀ, ਤਨ ਦੀ ਸਫਾਈ ਤਾਂ ਆਪਾਂ ਘਰ ਵਿੱਚ ਵੀ ਕਰ ਸਕਦੇ ਸੀ, ਖੂਹ ਦੇ ਪਾਣੀ ਤੋਂ, ਨਲਕੇ ਦੇ ਪਾਣੀ ਨੂੰ ਗੇੜ ਕੇ ਪਾਣੀ ਲੈ ਕੇ ਇਸ਼ਨਾਨ ਕਰਕੇ ਤਨ ਦੀ ਸਫਾਈ ਹੋ ਜਾਣੀ ਸੀ, ਪਰ ਗੱਲ ਤਾਂ ਮਨ ਦੀ ਸਫਾਈ ਕਰਨੀ ਸੀ। ਕਬੀਰ ਸਾਹਿਬਾਨ ਜੀ ਕਹਿੰਦੇ ਮੈਂ ਤੁਹਾਨੂੰ ਇਹ ਨਹੀਂ ਮਨਾ ਕਰਦਾ ਤੀਰਥਾਂ ਉੱਤੇ ਨਾ ਜਾਵੋ, ਤੀਰਥਾਂ ਉੱਤੇ ਜਾਵੋ, ਪਰ ਤੀਰਥਾਂ ਉੱਤੇ ਜਾ ਕੇ ਦੇਖੋ ਉੱਥੇ ਫਲਾਣੇ ਸੰਤ ਨੇ, ਫਲਾਣੇ ਮਹਾਤਮਾ ਨੇ ਇੰਨੇ ਵਰੇ ਉੱਥੇ ਬੰਦਗੀ ਕੀਤੀ ਹੈ, ਉੱਥੇ ਬੈਠ ਕੇ ਘੱਟੋ ਘੱਟ ਘੰਟਾ 2 ਘੰਟੇ ਤੁਸੀਂ ਬੰਦਗੀ ਕਰੋ, ਉਸ ਮਾਲਕ ਦੇ ਗੁਣਾਂ ਦਾ ਗਾਇਨ ਕਰੋ। ਤੇ ਕੱਲੇ ਕੱਲੇ ਤੀਰਥ ਉੱਤੇ ਜਾ ਕੇ ਇਸ ਤਰ੍ਹਾਂ ਜੇ ਬੰਦਗੀ ਕੀਤੀ ਹੁੰਦੀ, ਉਸ ਮਾਲਕ ਦੇ ਗੁਣਾਂ ਦਾ ਗਾਇਨ ਕੀਤਾ ਹੁੰਦਾ, ਫਿਰ ਤੁਹਾਡੇ ਮਨ ਦੀ ਮੈਲ ਉਤਰ ਜਾਣੀ ਸੀ, ਪਰ ਮਨ ਦੀ ਮੈਲ ਤਾਂ ਉਸੇ ਤਰ੍ਹਾਂ ਹੀ ਖਲੋਤੀ ਹੋਈ ਹੈ, ਤੁਹਾਡੇ ਅੰਦਰ ਦੀ ਕੁੜੱਤਣ ਤਾਂ ਗਈ ਨਹੀਂ ਹੈ। ਤੇ ਉਹ ਵਚਨ ਸਤਿਗੁਰੂ ਇੱਥੇ ਕਰਦੇ ਨੇ, ਕਹਿੰਦੇ 68 ਤੀਰਥ ਬਹੁ ਕਣਾ ਪਰਮ ਥਾਕੇ ਭੇਖਾ। 68 ਤੀਰਥ, 68 ਤੀਰਥਾਂ ਦੇ ਉੱਤੇ ਕਹਿੰਦੇ ਬਾਰ-ਬਾਰ ਯਾਤਰਾ ਕੀਤੀਆਂ, ਉੱਥੇ ਇਸ਼ਨਾਨ ਕੀਤਾ, ਅਨੇਕਾਂ ਭੇਖ ਸਾਧੂ ਸੰਤ ਮਹਾਤਮਾ ਨੇ ਬਣਾਉਣਾ ਕੀਤੇ। ਕਿਸੇ ਨੇ ਗੇਰੂ ਰੰਗ ਦੇ ਵਸਤਰ ਪਹਿਨੇ, ਕਿਸੇ ਨੇ ਕੰਨਾਂ ਵਿੱਚ ਗੁਰਮੁੰਦਰਾਂ ਪਾ ਲਈ, ਕਿਸੇ ਨੇ ਕੁਝ ਕੀਤਾ, ਕਿਸੇ ਨੇ ਕੁਝ ਕੀਤਾ। ਕਹਿੰਦੇ ਇਸ ਤਰ੍ਹਾਂ ਭੇਖ ਬਣਾ ਕੇ ਵਿਚਰਦੇ ਰਹੇ, ਪਰ ਥੱਕ ਕੇ ਹਾਰ ਕੇ ਬੈਠ ਗਏ, ਕੁਝ ਪ੍ਰਾਪਤ ਨਹੀਂ ਹੋਇਆ। ਭਗਤ ਕਬੀਰ ਸਾਹਿਬਾਨ ਜੀ ਦਾ ਇੱਕ ਸ਼ਬਦ, ਜਿਹਦੇ ਭਗਤ ਕਬੀਰ ਸਾਹਿਬਾਨ ਜੀ ਤੀਰਥਾਂ ਦਾ ਖੰਡਨ ਕਰਦੇ ਨੇ। ਭਗਤ ਜੀ ਦਾ ਫਰਮਾਨ, ਕਹਿੰਦੇ ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਕਹਿੰਦੇ ਭਾਈ ਇੱਕ ਪਰਮੇਸ਼ਰ ਜਿਹੜਾ ਦੇਵੇ ਦੇਵਾਨ ਦੇ ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ, ਜਿਹੜਾ ਦੇਵਤਿਆਂ ਦਾ ਵੱਡਾ ਦੇਵਤਾ ਹੈ ਵਾਹਿਗੁਰੂ, ਉਸ ਦੇਵਤੇ ਦੀ ਪੂਜਾ ਕਰੋ, ਉਸ ਮਾਲਕ ਦੀ ਪੂਜਾ ਕਰੋ। ਕਹਿੰਦੇ ਇਹੀ, ਕਹਿੰਦੇ ਸੱਚ ਵਿੱਚ ਜੁੜ ਜਾਣਾ, ਸੱਚ ਦਾ ਉਪਾਸ਼ਕ ਬਣ ਜਾਣਾ। ਕਹਿੰਦੇ ਅਸਲ ਵਿੱਚ ਇਹੀ ਨਹਾਉਣਾ ਹੈ, ਅਸਲ ਵਿੱਚ ਇਹੀ ਇਸ਼ਨਾਨ ਹੈ। ਤੇ ਭਗਤ ਜੀ ਕਹਿਣ ਲੱਗੇ, ਉਦਾਹਰਨ ਦਿੱਤੀ ਬਾਬਾ ਕਮਾਲ ਦੀ, ਕਹਿੰਦੇ ਜਲ ਕੇ ਮੱਜਨ ਜੇ ਗਤ ਹੋਵੈ, ਨਿਤ ਨਿਤ ਮੇਂਢਕ ਨਹਾਵੈ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਫਿਰ ਜੋਨੀ ਆਵੈ। ਭਗਤ ਜੀ ਕਹਿਣ ਲੱਗੇ, ਦੇਖੋ ਕਹਿੰਦੇ ਜਲ ਦੇ ਵਿੱਚ ਮੇਂਢਕ ਡੱਡੂ ਰਹਿੰਦਾ ਹੈ, ਡੱਡੂ ਰਹਿੰਦੇ ਨੇ ਨਾ। ਕਹਿੰਦੇ ਤੁਸੀਂ ਤਾਂ 68 ਤੀਰਥਾਂ ਉੱਤੇ ਇਸ਼ਨਾਨ ਕਰਦੇ ਹੋ, 6 ਮਹੀਨਿਆਂ ਬਾਅਦ ਸਾਲਾਂ ਬੱਧੀ, ਪਰ ਕਹਿੰਦੇ ਜੇ ਸੋਚਿਆ ਜਾਵੇ, ਦੇਖੋ ਡੱਡੂ ਤਾਂ ਨਿਤਾ ਪ੍ਰਤੀ ਇਸ਼ਨਾਨ ਕਰਦਾ, ਉਹ ਤਾਂ ਰਹਿੰਦਾ ਪਾਣੀ ਦੇ ਵਿੱਚ ਹੈ। ਕਹਿੰਦੇ ਜੇ ਪਾਣੀ ਵਿੱਚ ਇਸ਼ਨਾਨ ਕਰਨ ਨਾਲ, ਤੀਰਥਾਂ ਉੱਤੇ ਇਸ਼ਨਾਨ ਕਰਨ ਦੇ ਨਾਲ ਮੁਕਤ ਹੋ ਜਾਈਏ, ਕਹਿੰਦੇ ਫਿਰ ਤਾਂ ਡੱਡੂ ਨੂੰ ਵੀ ਮੁਕਤ ਮੰਨਿਆ ਜਾ ਸਕਦਾ ਹੈ। ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਫਿਰ ਜੋਨੀ ਆਵੈ। ਤੇ ਡੱਡੂ ਵੀ ਜੰਮਣ ਮਰਨ ਦੇ ਵਿੱਚ ਹੈ, ਬਾਰ-ਬਾਰ ਜੰਮਦਾ ਤੇ ਬਾਰ-ਬਾਰ ਮਰਦਾ ਏ। ਕਹਿੰਦੇ ਇਸੇ ਤਰ੍ਹਾਂ ਮਨੁੱਖ ਦੀ ਵੀ ਇਹੀ ਹਾਲਤ ਹੈ, ਮਨੁੱਖ ਜੰਮਦੇ ਨੇ ਤੇ ਮਨੁੱਖ ਬਾਰ-ਬਾਰ ਮਰਦੇ ਨੇ। ਬਾਰ-ਬਾਰ ਇਹ ਨਹੀਂ ਕਿ ਹਰ ਸਮੇਂ ਮਨੁੱਖਾਂ ਦੀ ਹੀ ਮਿਲ ਗਈ, ਅੱਜ ਮਨੁੱਖਾਂ ਦੀ ਹੀ ਮਿਲੀ ਹੈ ਤੇ ਕੱਲ੍ਹ ਨੂੰ ਪਤਾ ਨਹੀਂ ਕਿਹੜੀ ਮਿਲਣੀ ਹੈ। ਉਹ ਤਾਂ ਗੁਰੂ ਸਾਹਿਬਾਨ ਜੀ ਜਾਣਦੇ ਨੇ, ਪਰਮੇਸ਼ਰ ਜਾਣਦਾ। ਜਿੱਥੇ ਸਾਡੀ ਸੁਰਤੀ ਟਿਕ ਜਾਵੇਗੀ, ਉਹੋ ਜਿਹੀ ਸਾਨੂੰ ਜੂਨ ਪ੍ਰਾਪਤ ਹੋ ਜਾਣੀ ਹੈ। ਪਰ ਜਦੋਂ ਆਪਾਂ ਚੰਗੇ ਕਰਮ ਕਰੀਏ, ਨਾਮ ਜਪੀਏ, ਬੰਦਗੀ ਕਰੀਏ, ਤੇ ਕੁਝ ਨਾ ਕੁਝ ਗੁਰੂ ਸਾਰੇ ਸਾਨੂੰ ਜ਼ਰੂਰ ਮਿਲੇਗਾ।
ਇੱਕ ਦੁਕਾਨਦਾਰ ਆਪਣੀ ਦੁਕਾਨ ਨੂੰ ਖੋਲ੍ਹ ਕੇ ਬੈਠ ਗਿਆ ਤੇ ਗਾਹਕ ਬੇਸ਼ੱਕ ਨਾ ਆਵੇ, ਪਰ ਉਹਨੂੰ ਪਤਾ ਸ਼ਾਮਾਂ ਤੱਕ ਇੱਕ ਅੱਧਾ ਗਾਹਕ ਤਾਂ ਜ਼ਰੂਰ ਮਿਲ ਜਾਵੇਗਾ। ਜੇ ਦੁਕਾਨ ਖੋਲ੍ਹੀ ਨਹੀਂ ਹੈ, ਸ਼ਟਰ ਲੱਗਿਆ ਹੋਇਆ, ਜਿੰਦਰਾ ਵੱਜਿਆ ਹੋਇਆ ਏ, ਫਿਰ ਜੇ ਆਖੇ ਕਿ ਮੇਰੇ ਕੋਲ ਮਾਇਆ ਕੁਝ ਆ ਜਾਵੇ ਤੇ ਗੁਰੂ ਸਰ ਨਹੀਂ ਆ ਸਕਦੀ ਹੈ। ਦੁਕਾਨ ਨੂੰ ਛੱਡ ਜਿੰਦਰਾ ਖੋਲ੍ਹਣਾ, ਸ਼ਟਰ ਚੁੱਕਣਾ ਪਵੇਗਾ ਤੇ ਅੰਦਰ ਬੈਠ ਕੇ ਟਾਈਮ ਦੇਣਾ ਪਵੇਗਾ। ਸਿਆਣਿਆਂ ਦਾ ਕਥਨ ਹੈ, ਕਹਿੰਦੇ ਨੇ ਇੱਕ ਮੌਤ ਤੇ ਇੱਕ ਗਾਹਕ ਪਤਾ ਨਹੀਂ ਕਦੋਂ ਆ ਜਾਣਾ। ਬਜ਼ੁਰਗ ਕਹਿੰਦੇ ਹੁੰਦੇ ਕਿ ਜੇ ਮੌਤ ਦਾ ਪਤਾ ਨਹੀਂ ਕਦੋਂ ਮੌਤ ਨੇ ਆ ਕੇ ਲਿਪਟ ਲੈਣਾ, ਦੁਕਾਨ ਉੱਤੇ ਬੈਠੇ ਹੋਏ ਹਾਂ ਤੇ ਗਾਹਕ ਦਾ ਕੋਈ ਟਾਈਮ ਨਹੀਂ ਹੈ ਕਿ ਕਿਹੜੇ ਸਮੇਂ ਗਾਹਕ ਨੇ ਸਾਡੇ ਕੋਲ ਆ ਕੇ ਸੌਦਾ ਲੈਣਾ। ਆ ਕੇ ਉਮੀਦ ਹੁੰਦੀ ਹੈ ਕਿ ਕੋਈ ਨਾ ਕੋਈ ਜ਼ਰੂਰ ਆਵੇਗਾ। ਇਸੇ ਪ੍ਰਕਾਰ ਗੁਰੂ ਸਵਾਰਿਓ, ਜੇ ਆਪਾਂ ਮਨ ਵਿੱਚ ਮਿਹਨਤ ਕਰੀਏ, ਮਸ਼ੱਕਤ ਕਰੀਏ, ਮਸ਼ੱਕਤ ਇਸੇ ਤਰ੍ਹਾਂ ਪਰਮਾਤਮਾ ਦੀ ਬੰਦਗੀ ਲਈ ਮਿਹਨਤ ਮਸ਼ੱਕਤ ਕਰੀਏ ਨਾ, ਤੇ ਜਿੰਨਾ ਸਮਾਂ ਆਪਾਂ ਮਾਲਕ ਦੇ ਗੁਣਾਂ ਦਾ ਗਹਿਣ ਕੀਤਾ, ਮਾਲਕ ਦੀ ਸਿਫਤ ਸਲਾਹ ਕੀਤੀ ਹੈ, ਤੇ ਉਨਾ ਸਮਾਂ ਸਾਡਾ ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਲਿਖਿਆ ਜਾਵੇਗਾ। ਜਿਵੇਂ ਕੋਈ ਸੰਸਾਰ ਵਿੱਚ ਇਤਿਹਾਸ ਬਣਦੇ ਨੇ ਤੇ ਵੱਡੇ ਵੱਡਿਆਂ ਦੇ ਨਾਮ ਰੋਸ਼ਨ, ਜਿਨ੍ਹਾਂ ਨੇ ਇਤਿਹਾਸ ਸਿਰਜੇ ਹੁੰਦੇ ਨੇ ਨਾ, ਉਹਨਾਂ ਦੇ ਫਿਰ ਨਾਮ ਰੋਸ਼ਨ ਹੁੰਦੇ ਨੇ, ਸੁਨਹਿਰੀ ਅੱਖਰਾਂ ਵਿੱਚ ਨਾਮ ਲਿਖੇ ਜਾਂਦੇ ਨੇ। ਇਹ ਭਾਈ ਤਾਰੂ ਸਿੰਘ ਨੇ ਖੋਪਰੀ ਲਹਾਈ, ਸੁਨਹਿਰੀ ਅੱਖਰਾਂ ਵਿੱਚ ਸਿੱਖ ਇਤਿਹਾਸ ਨਾਮ ਲਿਖਿਆ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜੇ ਤਤੀ ਤਵੀ ਉੱਤੇ ਬੈਠੇ, ਸੁਨਹਿਰੀ ਅੱਖਰਾਂ ਵਿੱਚ ਸਤਿਗੁਰ ਦਾ ਨਾਮ ਲਿਖਿਆ ਗਿਆ। ਇਸੇ ਤਰ੍ਹਾਂ ਗੁਰੂ ਸਵਾਰੇ ਜਦੋਂ ਆਪਾਂ ਬੰਦਗੀ ਕਰਾਂਗੇ ਨਾ, ਵਾਹਿਗੁਰੂ ਦੇ ਗੁਣਾਂ ਦਾ ਗਿਆਨ ਕਰ, ਬੇਸ਼ੱਕ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ ਹੈ, ਵੱਖਰੀ ਗੱਲ ਹੈ, ਪਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਸੁਨਹਿਰੀ ਅੱਖਰਾਂ ਵਿੱਚ ਨਾਮ ਜ਼ਰੂਰ ਲਿਖਿਆ ਜਾਏਗਾ, ਫਲਾਣੇ ਮਨੁੱਖ ਨੂੰ, ਫਲਾਣੇ ਜੀਵ ਨੂੰ ਮੈਂ ਮਨੁੱਖਾ ਦੀ ਹੀ ਦੇ ਕੇ ਸੰਸਾਰ ਵਿੱਚ ਭੇਜਿਆ ਸੀ, ਤੇ ਇੰਨਾ ਸਮਾਂ ਨਾਲ ਸਤ ਸੰਗਤ ਕੀਤੀ ਹੈ, ਇੰਨਾ ਸਮਾਂ ਵਾਹਿਗੁਰੂ ਦੀ ਇਬਾਦਤ ਕੀਤੀ ਹੈ, ਬਾਣੀ ਪੜ੍ਹੀ ਹੈ, ਸੇਵਾ ਕੀਤੀ ਹੈ। ਉਹ ਚੰਗੇ ਕਰਮ ਗੁਰੂ ਸੁਨਹਿਰੀ ਅੱਖਰਾਂ ਵਿੱਚ ਲਿਖੇ ਜਾਂਦੇ। ਕੁਝ ਨਾ ਕੁਝ ਫਿਰ ਜ਼ਰੂਰ ਮਿਲਦਾ ਹੈ, ਕੁਝ ਨਾ ਕੁਝ ਪ੍ਰਾਪਤ ਜ਼ਰੂਰ ਹੁੰਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਭਾਈ ਨਾਮ ਜਪਣਾ ਅਤੀ ਜ਼ਰੂਰੀ ਹੈ। ਇਹ ਤੀਰਥਾਂ 68 ਤੀਰਥ ਬਹੁ ਘਣਾ, ਪਰਮ ਥਾਕੇ ਭੇਖਾ। 68 ਤੀਰਥਾਂ ਉੱਤੇ ਕਹਿੰਦੇ ਬਹੁਤ ਸਾਰੇ ਲੋਕ ਦੇਖੇ ਨੇ, ਜਿਨ੍ਹਾਂ ਅਨੇਕਾਂ ਪ੍ਰਕਾਰ ਦੇ ਭੇਖ ਬਣਾਉਣਾ ਕੀਤੇ ਤੇ ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰਦੇ ਰਹੇ, ਪਰ ਉਸ ਰੱਬ ਦੀ ਇਬਾਦਤ ਨਹੀਂ ਕੀਤੀ ਤੇ ਹਿਰਦੇ ਅੰਦਰ ਹੋਰ ਜ਼ਿਆਦਾ ਗੁਮਾਨ, ਹੰਕਾਰ ਪੈਦਾ ਹੋ ਗਿਆ ਕਿ ਅਸੀਂ ਤੀਰਥਾਂ ਉੱਤੇ ਇਸ਼ਨਾਨ ਕਰ ਰਹੇ ਹਾਂ, ਅਸੀਂ ਪਵਿੱਤਰ ਹੋ ਗਏ ਹਾਂ। ਹੁਣ ਦੇਖੋ ਗੁਰੂ ਸਵਾਰਿਓ, ਆਪਾਂ ਦੇਖੀਏ ਸਿੱਖ ਇਤਿਹਾਸ ਪੜ੍ਹ ਕੇ ਦੇਖੀਏ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸਤਿਗੁਰ ਨੇ ਪਹਿਲਾ ਸਿੱਖਾਂ ਦਾ ਪਹਿਲਾ ਤੀਰਥ ਹੈ ਬੌਲੀ ਸਾਹਿਬ, ਬੌਲੀ ਸਾਹਿਬ ਦੀ ਸਿਰਜਣਾ ਕੀਤੀ ਤੇ ਸਤਿਗੁਰੂ ਜੀ ਨੇ 84 ਪੌੜੀਆਂ ਸਿਰਜੀਆਂ ਤੇ ਪਾਤਸ਼ਾਹ ਜੀ ਨੇ ਬਚਨ ਕਰ ਦਿੱਤੇ ਕਿ ਜਿਹੜਾ ਇੱਕ ਪੌੜੀ ਉੱਤੇ ਇੱਕ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰੇਗਾ ਤੇ ਇਸ ਤਰ੍ਹਾਂ ਲਗਾਤਾਰ 84 ਪਾਠ ਬਾਰ-ਬਾਰ ਇਸ਼ਨਾਨ ਕਰੇ ਤੇ ਬਾਰ-ਬਾਰ 84 ਇੱਕ ਪਾਠ ਕਰ 84 ਪਾਠ ਕਰਨਾ ਕਰੇ, ਉਹਦੀ 84 ਕੱਟੀ ਜਾਵੇਗੀ। ਇਹ ਗੁਰੂ ਅਮਰਦਾਸ ਪਾਤਸ਼ਾਹ ਦੇ ਬਚਨ ਨੇ। ਪਰ ਆਪਾਂ ਗੁਰੂ ਸਰ ਸ਼ੰਕਾ ਕਰਦੇ ਨੇ ਕਿ ਸਾਡੇ ਸਿੱਖ ਹੀ ਸ਼ੰਕਾ ਕਰ, ਇੰਝ ਕਿਵੇਂ ਹੋ ਸਕਦਾ, ਇਵੇਂ ਕਿਵੇਂ 84 ਕੱਟੀ ਜਾ ਸਕਦੀ ਹੈ। ਜੇ ਗੁਰੂ ਸਾਹਿਬਾਨ ਨੇ ਆਖਿਆ ਤੇ ਕੱਟੀ ਜਾ ਸਕਦੀ ਹੈ। ਪਹਿਲੀ ਗੱਲ ਤਾਂ ਕਿ 84 ਪਾਠ ਕਰਨੇ ਬੜੇ ਔਖੇ ਨੇ। ਆਪਾਂ ਦੇਖ ਲਈਏ ਕਿ ਵੱਧ ਤੋਂ ਵੱਧ ਆਪਾਂ ਜੇ ਪਾਠ ਕਰੀਏ ਜਪਜੀ ਸਾਹਿਬ ਦੇ 11 ਕਰ ਸਕੇ 21 ਹੋ ਸਕਦੀਆਂ, 21 ਵੀ ਬਹੁਤ ਘੱਟ ਕਰਦੇ। ਵੈਸੇ ਤਾਂ ਅਜੋਕਾ ਸਮਾਂ ਇਹੋ, ਕਈ ਤਾਂ ਇੱਕ ਪਾਠ ਮਸਾਂ ਹੀ ਕਰਦੇ ਨੇ। ਮੰਨ ਲਿਆ ਜਾਵੇ ਕੋਈ 21 ਪਾਠ ਕਰ ਲਵੇ, 11 ਪਾਠ ਕਰ ਲਵੇਗਾ ਤੇ 84 ਪਾਠ ਕਰਨ ਲਈ ਗੁਰੂ ਘੱਟੋ ਘੱਟ ਜੇ ਆਪਾਂ ਬੜੀ ਸਪੀਡ ਨਾਲ ਪੜ੍ਹੀਏ ਜਪਜੀ ਸਾਹਿਬ ਦਾ ਪਾਠ ਤੇ ਘੱਟੋ ਘੱਟ 6 ਮਿੰਟ ਤੋਂ 7 ਮਿੰਟ ਲੱਗਦੇ ਨੇ। ਜੇ ਪਿਆਰ ਨਾਲ ਪੜ੍ਹੀਏ ਤੇ 15 ਮਿੰਟ ਘੱਟੋ ਘੱਟ ਚਾਹੀਦੇ ਨੇ ਜਪਜੀ ਸਾਹਿਬ ਦਾ ਪਾਠ ਕਰਨ ਦੇ ਲਈ। ਤੇ ਗੁਰੂ ਸਾਹਿਬਾਨ ਨੇ ਇਹ ਕਿਉਂ ਆਖੇ ਆ?
ਤੇ ਸਤਿਗੁਰ ਨੇ ਇਸ ਕਰਕੇ ਆਖਿਆ ਕਿ ਤੀਰਥ ਪਹਿਲਾਂ ਵੀ ਬਣੇ ਨੇ, ਹਿੰਦੂ ਮਤ ਵਿੱਚ ਤੀਰਥ ਬਣੇ ਨੇ। 68 ਤੀਰਥਾਂ ਦਾ ਜ਼ਿਕਰ ਆਉਂਦਾ ਹੈ। ਉਹ ਤੀਰਥਾਂ ਉੱਤੇ ਕੋਈ ਲੋਕ ਕੇਵਲ ਨਹਾਉਣ ਤੱਕ ਸੀਮਤ ਰਹਿ ਗਏ, ਨਹਾਉਂਦੇ ਰਹੇ ਤੇ ਇਸ ਤਰ੍ਹਾਂ ਚਲੇ ਗਏ। ਤੇ ਮੇਰੇ ਸਿੱਖ ਇਹਨਾਂ ਤੀਰਥਾਂ ਇਸ ਆਪਣੇ ਤੀਰਥ ਉੱਤੇ ਆਉਣਗੇ, ਬੋਲੀ ਸਾਹਿਬ ਦੇ ਸਥਾਨ ਤੇ ਸਿੱਖ ਮੇਰਾ ਕੇਵਲ ਨਹਾਉਣ ਤੱਕ ਸੀਮਤ ਨਾ ਰਹਿ, ਇਸ਼ਨਾਨ ਤੱਕ ਸੀਮਤ ਨਾ ਰਹਿ ਜਾਵੇ। ਜਦੋਂ ਮੇਰਾ ਸਿੱਖ ਆਵੇ, ਮੈਂ 84 ਪਾਠ ਆਖੇ ਨੇ, ਘੱਟੋ ਘੱਟ ਮੇਰਾ ਸਿੱਖ ਇੱਕ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਹਾਜ਼ਰੀ ਜ਼ਰੂਰ ਲਾਵੇਗਾ। ਜਿਹੜੇ ਅੱਜ ਜਾਂਦੇ ਨੇ ਨਾ ਗੋਇੰਦਵਾਲ ਸਾਹਿਬ ਧਰਤੀ 'ਤੇ, ਉਹਨਾਂ ਕੋਲ ਸਮਾਂ ਸੀਮਤ ਹੁੰਦਾ ਹੈ, ਉਹ ਘੱਟੋ ਘੱਟ ਇੱਕ ਜਪਜੀ ਸਾਹਿਬ ਦਾ ਪਾਠ ਜ਼ਰੂਰ ਬਹਿ ਕੇ ਕਰਦੇ ਨੇ। ਕਿ ਦਰਸ਼ਨ ਦਾਰੇ ਕਰਿਓ ਜਾ ਕੇ, ਤੇ ਗੁਰੂ ਸਵਾਰੇ ਇੱਕ ਪੌੜੀਆਂ ਉੱਤੇ ਬੈਠੇ, ਕਹਿੰਦੇ ਇੱਕ ਪਾਠ ਤਾਂ ਕਰਕੇ ਅਰਦਾਸ ਬੇਨਤੀ ਕਰਦੀ, 84 ਤਾਂ ਨਹੀਂ ਹੋ ਸਕਦੇ ਹਨ। ਭਾਵ ਕਹਿਣ ਦਾ ਸਤਿਗੁਰਾਂ ਨੇ ਲਾਗ ਲਾ ਦਿੱਤੀ ਕਿ ਤੁਸੀਂ ਭਾਈ ਨਾਮ ਜਪਣਾ, ਬੰਦਗੀ ਪੜ੍ਹ, ਬੰਦਗੀ ਕਰਕੇ ਹੀ ਤੁਹਾਡੇ ਜੀਵਨ ਦਾ ਨਿਰਵਾਹ ਹੋਣਾ ਹੈ। ਜੇ ਬੰਦਗੀ ਕਰੋਗੇ ਤੇ ਫਿਰ ਮਾਲਕ ਦੇ ਦਰ 'ਤੇ ਪ੍ਰਵਾਨ ਹੋ। ਜੇ ਕੇਵਲ ਤੀਰਥਾਂ ਉੱਤੇ ਇਸ਼ਨਾਨ ਕਰਦੇ ਰਹੇ, ਮਾਲਕ ਦੀ ਇਬਾਦਤ ਨਹੀਂ ਕੀਤੀ, ਫਿਰ ਕੁਝ ਵੀ ਪ੍ਰਾਪਤ ਨਹੀਂ ਹੋਣਾ ਹੈ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ 68 ਤੀਰਥ ਬਹੁ ਕਣਾ। 68 ਤੀਰਥਾਂ ਬਹੁਤ ਸਾਰੇ, ਜਿਹੜੇ ਅਨੇਕਾਂ ਤੀਰਥਾਂ ਉੱਤੇ ਕਹਿੰਦੇ ਬਹੁਤ ਸਾਰੇ ਲੋਕ ਕਹਿੰਦੇ ਇਸ ਤਰ੍ਹਾਂ ਇਸ਼ਨਾਨ ਕਰਦੇ ਨੇ, ਯਾਤਰਾਵਾਂ 'ਤੇ ਜਾਂਦੇ ਨੇ, ਕਹਿੰਦੇ ਭਰਮ ਕੇ ਥੱਕ ਕੇ ਅਨੇਕਾਂ ਪ੍ਰਕਾਰ ਦੇ ਭੇਖ ਧਾਰਨ ਕਰਦੇ ਹਨ। ਕਹਿੰਦੇ ਪਰ ਅਸਲ ਵਿੱਚ ਕਹਿੰਦੇ ਇਸ ਤਰ੍ਹਾਂ ਕੁਝ ਵੀ ਪ੍ਰਾਪਤ ਨਹੀਂ ਹੋਣਾ। ਉਹ ਥੱਕ ਕੇ ਹਾਰ ਕੇ ਬੈਠ ਜਾਂਦੇ ਹਨ। ਸਾਚੋ ਸਾਹਿਬ ਨਿਰਮਲੋ ਮਨ ਮਾਨੈ ਏਕਾ। ਉਹ ਮਾਲਕ ਕਿਹੋ ਜਿਹਾ ਏ, ਜਿਸ ਮਾਲਕ ਦੇ ਬਾਰੇ ਸਤਿਗੁਰੂ ਜੀ ਆਪ ਜੀ ਬਿਆਨ ਕਰਦੇ ਹੋ। ਕਿਰਪਾ ਕਰ ਸੋ ਮਾਲਕ ਦਾ ਸਰੂਪ ਕੀ ਹੈ? ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਸਾਚੋ ਸਾਹਿਬ ਨਿਰਮਲੋ। ਉਹ ਨਿਰਮਲ ਹੈ, ਸੱਚਾ ਸਾਹਿਬ ਹੈ ਤੇ ਨਿਰਮਲ ਹੈ, ਕਿਸੇ ਪ੍ਰਕਾਰ ਦੀ ਮੈਲ ਨਹੀਂ ਉਹਨੂੰ, ਉਹ ਮੈਲ ਤੋਂ ਰਹਿਤ ਹੈ। ਮਨ ਮਾਨੈ ਏਕੈ, ਏਕਾ। ਐਸੇ ਸੱਚੇ ਨਿਰਮਲ ਪਰਮੇਸ਼ਰ ਨੂੰ, ਸ਼ੁੱਧ ਪਰਮੇਸ਼ਰ ਨੂੰ ਮੇਰਾ ਮਨ ਮੰਨਦਾ ਹੈ। ਇੱਕ ਉਹ ਇੱਕ ਹੈ ਜਿਹੜਾ ਸਾਰੀਆਂ ਥਾਵਾਂ 'ਤੇ ਰਮਿਆ ਹੋਇਆ ਹੈ। ਤੇ ਗੁਰੂ ਸਵਾਰੇ ਹੋਰ ਉਹਦੇ 'ਚ ਕਿਹੜੇ ਗੁਣ ਨੇ? ਤੇ ਪਾਤਸ਼ਾਹ ਅਗਲੀ ਪੰਕਤੀ ਬਖਸ਼ਿਸ਼ ਕਰਦੇ ਹਨ। ਤੂੰ ਅਜਰਾਵਰ ਅਮਰ ਤੂੰ ਸਭ ਚਾਲਣ ਹਾਰੀ, ਨਾਮ ਰਸਾਇਣ ਭਾਏ ਲੈ ਪਰ ਹਰ ਦੁੱਖ ਭਾਰੀ। ਪਰਮਾਤਮਾ ਤੂੰ ਅਜਰਾਵਰ, ਅਜਰਾਵਰ ਤੋਂ ਭਾਵ ਹੈ ਕਿ ਜੀਵਾਂ ਦਾ ਸੰਘਾਰ ਕਰਨ ਵਾਲਾ, ਜੀਵਾਂ ਨੂੰ ਖਤਮ ਕਰਨ ਵਾਲਾ। ਇੰਨੇ ਬਲ ਵਾਲਾ ਹੈ ਕਿ ਸਾਰੇ ਜੀਵਾਂ ਦਾ ਪੈਦਾ ਵੀ ਆਪ ਕਰਦਾ ਤੇ ਉਹਨੂੰ ਖਤਮ ਵੀ ਆਪ ਹੀ ਕਰਦਾ। ਉਹਦੇ ਹੁਕਮ ਦੇ ਵਿੱਚ ਹੀ ਮਰਦੇ ਨੇ, ਉਹਦੇ ਹੁਕਮ ਦੇ ਵਿੱਚ ਹੀ ਗੁਰੂ ਸਰ ਆਪਾਂ ਜੀ ਰਹੇ ਹਾਂ। ਹੋਰ ਕਿਹੜਾ ਗੁਣ ਹੈ? ਕਹਿੰਦੇ ਨੇ ਤੂੰ ਅਮਰ ਤੋਂ। ਪਰਮਾਤਮਾ ਅਮਰ ਹੈ, ਉਹ ਕਦੇ ਬੁੱਢਾ ਨਹੀਂ ਹੁੰਦਾ। ਜਿਹੋ ਜਿਹਾ ਗੁਰੂ ਸਰੇ ਪਹਿਲਾਂ ਸੀ ਉਹੋ ਜਿਹਾ ਹੁਣ ਹੈ। ਉਹ ਹਰ ਸਮੇਂ ਰਹੇਗਾ। ਜੀਵ ਆਉਣਗੇ ਤੇ ਚਲੇ ਜਾਣਗੇ, ਜੰਮਣ ਮਰਨ ਵਿੱਚ ਨੇ, ਤੇ ਪਰਮਾਤਮਾ ਜੰਮਣ ਮਰਨ ਤੋਂ ਰਹਿਤ ਹੈ। ਤੇ ਇਸ ਕਰਕੇ ਸਭ ਚਾਲਣ ਹਾਰੀ, ਸਾਰਾ ਸੰਸਾਰ ਜਾਣ ਵਾਲਾ, ਪਰ ਤੂੰ ਪਰਮਾਤਮਾ ਸਦੀਵੀ ਕਾਲੇ ਥਿਰ ਹੈ। ਅਮਰ ਜਿਹਨੂੰ ਕਹਿੰਦੇ ਨੇ ਕਿ ਅਮਰ ਕੀ ਹੈ? ਅਮਰ ਤੋਂ ਭਾਵ ਜਿਹੜਾ ਜੰਮਣ ਮਰਨ ਤੋਂ ਰਹਿਤ ਹੋ ਜਾਵੇ। ਤੇ ਗੁਰੂ ਸਵਾਰੇ ਪਰਮਾਤਮਾ ਹੀ ਜੰਮਣ ਮਰਨ ਤੋਂ ਰਹਿਤ। ਇਸ ਕਰਕੇ ਗੁਰੂ ਸਾਹਿਬਾਨ ਨੇ ਕਹਿਤਾ ਕਿ ਹੇ ਵਾਹਿਗੁਰੂ ਤੂੰ ਅਮਰ ਹੈ। ਨਾਮ ਰਸਾਇਣ ਭਾਏ ਲੈ ਪਰ ਹਰ ਦੁੱਖ ਭਾਰੀ। ਨਾਮ ਕੀ ਹੈ? ਰਸਾਇਣ, ਰਸਾਂ ਦਾ ਆਇਣ ਘਰ ਹੈ। ਕਹਿੰਦੇ ਇਸ ਨਾਮ ਰਸਾਇਣ ਭਾਏ ਲੈ, ਭਾਏ ਦਾ ਅਰਥ ਹੈ ਪ੍ਰੇਮ। ਪ੍ਰੇਮ ਦੇ ਸਹਿਤ ਕਹਿੰਦੇ ਉਸ ਮਾਲਕ ਦੇ ਨਾਮ ਨੂੰ ਲੈਣਾ ਕਰ। ਭਾਵ ਮਾਲਕ ਦਾ ਨਾਮ ਜਪ ਐ ਜੀਵ, ਫਿਰ ਪਰ ਹਰ ਦੁੱਖ ਭਾਰੀ। ਨਾਮ ਜਪਣ ਨਾਲ ਪ੍ਰਾਪਤ ਕੀ ਹੋਵੇਗਾ? ਕਿ ਜਿਹੜੇ ਵੱਡੇ ਵੱਡੇ ਤੈਨੂੰ ਦੁੱਖ ਚੰਬੜੇ ਨਾ ਆ ਕੇ, ਤੂੰ ਮਨ ਕਰਕੇ ਦੁਖੀ, ਤਨ ਕਰਕੇ ਦੁਖੀ,
तेरे सारे दुख नाम विच इन्नी ताकत है कि ये सारे दूर हो जाणगे। गुरबाणी कहती है कि सर्व रोग का औखद नाम। आप सतगुर के बचन पढ़ते हैं, 3 प्रकार के रोग गुरु सारे जीवन लगे हुए सानू सारिਆਂ ਨੂੰ ਚੰਬੜੇ ने। अजोके समय की आप गल करिए ना, ये 3 रोगों विच आपां खचित हाँ। जिहड़े रोगां दी सतगुर ने दस्सिया किहड़े किहड़े रोग ने, पातशाह कहंदे ने तीने ताप निवारण हारा, दुख हंता सुख रास, ताको बिघन न कोऊ लागै, जाकी प्रभ आगै अरदास। 3 रोग आदि व्याधि ते उपाधि। आद रोग, व्याध रोग, उपाध रोग। मन करके रोगी होना, जेकर आप देखिए सारा संसार ही रोगी है। पातशाह कहते ने जो जो दिसै सो सो रोगी, रोग रहत मेरा सतगुर जोगी। सतगुर ने गल ही मुका दी कि सतगुरु जोगी परमेश्वर वाहिगुरु ते सतगुरु जी कहते जोग रोग तो रहत ने, बाकी सारे रोगी ने। तन कर एक मन करके रोगी, मन करके आप सारे रोगी ने। होमै दा रोग, होमै रोग मानुख को दीना, ये मनुख नूं लगिया मैं मेरी दा रोग। दूजा है तन दा रोग। जे अजोके समय की गल करिए तो अज घर घर विच मैडिसन पई हुई है। मनुख की शुरुआत मैडिसन तो होंदी है, तो कोई ना कोई छोटा मोटा रोग हर एक मनुख नूं चिमड़िया होया है। ते तीसरा रोग है रस्ते विच सफ़र करदियां होइयां ठेडा वज के डिग जाना, एक्सीडेंट इत्यादि कोई दुर्घटना वापर जानी। ये 3 प्रकार के रोग ने। पर पातशाह कहते ने ये 3 रोग दूर हो सकते ने। ये 3 रोगों का पातशाह वो वाहिगुरु खात्मा कर सकता है जो उस प्रभु के चरणों विच अरदास बेनती करिए एकाग्र चित्त होके। अरदास होनी चाहिए एकाग्र चित्त होके। आप मुख राही अरदास करते हैं, सच जाणिओ, तो अरदास तो इत्थों अंदरों होनी चाहिए है। जिन्ने भी गुरधाम ने हर गुरधामां विच अरदास करते हैं। ग्रंथी सिंह अजोके समय जिवें ये करोना नामे महामारी फैली हुई है, इहदी रोकथाम लई, इहदे खात्मे लई सरबत दे भले अरदासां कीतियां जांदियां ने। पर गुरु सवारे अरदास सातों मुख राही हो रही है, अंदरों नहीं अरदास हो रही है। जिस दिन अंदरों अरदास हो गई ना, उस दिन ये जिहड़ा करोना इत्यादि खत्म हो जाना बिल्कुल। तो जिन्हां ने अंदरों अरदास कर दी, फिर गुरु सरे वो रब दा प्यारा जन बन जाता, भगत बन जाता, वो गुरमुख बन जाता, उस मालक दे दर ते फिर प्रवान हो जाता है। उन्हां दे बाबत पातशाह कहते ने बिरथी कदे ना होवई, जन की अरदास नानक जोर गोबिंद का पूर्ण गुणतास। उन्हां दी फिर अरदास प्रवान हो जाती है, वो मुक्त हो जाते ने। पर सतगुरु कहते इत्थे रसायन गल चल रही रसायन की। परमात्मा का नाम की है? रसायन है, रसां दा आयन घर है। भाए लै कहते ये प्रेम नाल लिया जा सकता। भाई जे प्रेम नाल जपेगा, उस वाहिगुरु नूं आवाज़ मारेगा ना, वाहिगुरु वाहिगुरु आखेगा प्रेम दे सहित, फिर तेरी उस पुकार नूं वाहिगुरु ने सुनना है। सुनेगा वाहिगुरु, फिर पर हर दुख भारी जिहड़े बड़े बड़े तैनूं दुख चिंबड़े होए ने ना, वो सारे दुख तेरे पर हर खत्म हो जाणगे। वो वाहिगुरु ने तैनूं दुखां तो रहत कर देना है। रहाऊ हर पढ़ी है हर बुझी है, गुरमति नाम उधारा। रहाऊ वाली पंक्ति च बादशाह जी अगले पदे च बख्शिश करते हैं। कहते करना की है पातशाह, कृपा करके समझावो। गुरु नानक पातशाह कहते हर पढ़ी है जीव तू पढ़दा की है? अपनी रसना दे नाल अखां दे नाल किताब नूं खोल के कहते हरि दे गुणां नूं ही पढ़ना कर।
ਬੁੱਝਣਾ ਕੀ ਹੈ? ਕਹਿੰਦੇ ਹਰੀ ਦੇ ਗੁਣਾਂ ਨੂੰ ਹੀ ਜਾਣਨਾ ਕਰ। ਤੇ ਇਹ ਜਦੋਂ ਹਰੀ ਦੇ ਗੁਣਾਂ ਦੀ ਗਾਥਾਵਾਂ ਪੜ੍ਹੇਗਾ, ਹਰੀ ਦੇ ਗੁਣਾਂ ਨੂੰ ਬੁੱਝੇਗਾ, ਜਾਣੇਗਾ, ਕਹਿੰਦੇ ਫਿਰ ਗੁਰਮਤੀ ਨਾਮ ਉਧਾਰਾ, ਗੁਰੂ ਦੀ ਮੱਤ ਦਾ ਧਾਰਨੀ ਬਣ। ਗੁਰੂ ਕੀ ਮੱਤ ਤੋਂ ਬਿਨਾਂ ਗੁਰੂ ਸਰੇ ਆਪਾਂ ਨੂੰ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਗੁਰਬਾਣੀ ਵਿੱਚ ਪਾਤਸ਼ਾਹ ਨੇ ਬਾਰ-ਬਾਰ ਫਰਮਾਨ ਕੀਤਾ ਹੈ। ਪਾਤਸ਼ਾਹ ਕਹਿੰਦੇ ਨੇ ਗੁਰ ਕੀ ਮੱਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਇਆਨੇ ਦਾ ਅਰਥ ਹੈ ਬੇਸਮਝ ਜੀਵ, ਅਜਾਣ ਜੀਵ। ਕਹਿੰਦੇ ਹੇ ਅਜਾਣ ਜੀਵ, ਤੂੰ ਗੁਰੂ ਦੀ ਮੱਤ ਦਾ ਧਾਰਨੀ ਬਣ। ਗੁਰੂ ਦੀ ਮੱਤ ਕੀ ਕਹਿੰਦੀ ਹੈ ਕਿ ਪਰਮੇਸ਼ਰ ਦੀ ਭਗਤੀ ਕਰ, ਬੰਦਗੀ ਕਰ। ਜਿਹੜੇ ਆਪਣੇ ਵੱਡੇ ਸਿਆਣੇ ਕਹਾਣ ਵਾਲੇ, ਦਾਨੇ ਕਹਾਣ ਵਾਲੇ ਸਨ, ਉਹ ਪਰਮੇਸ਼ਰ ਦੀ ਬੰਦਗੀ ਤੋਂ ਬਿਨਾਂ ਡੁੱਬ ਗਏ, ਉਤਰ ਨਹੀਂ ਸਕੇ। ਇਸ ਕਰਕੇ ਕਹਿੰਦੇ ਗੁਰਮਤੀ, ਗੁਰੂ ਦੀ ਮੱਤ ਦਾ ਧਾਰਨੀ ਬਣ। ਫਿਰ ਨਾਮ ਜਪ। ਗੁਰੂ ਕੀ ਕਹਿੰਦਾ? ਨਾਮ ਜਪ। ਗੁਰੂ ਕਹਿੰਦਾ ਸਿੱਖਾ ਅੰਮ੍ਰਿਤ ਛਕ। ਗੁਰੂ ਕਹਿੰਦਾ ਸਿੱਖਾ ਸਾਬਤ ਸੂਰਤ ਹੋ, ਕੇਸ ਨਹੀਂ ਕਟਾਣੇ। ਪਰ ਫੈਸ਼ਨ ਪ੍ਰਸਤੀ ਵਿੱਚ ਆਪਾਂ ਇੰਨੇ ਖਚਤ ਹੋ ਗਏ ਹਾਂ। ਪੁਰਾਣੀਆਂ ਜਿਹੜੀਆਂ ਬੀਬੀਆਂ ਹੁੰਦੀਆਂ ਸਨ, ਆਪਣੇ ਬੱਚਿਆਂ ਦੇ ਕੇਸ ਕੰਘਾ ਕਰਦੀਆਂ ਹੁੰਦੀਆਂ ਸਨ, ਅਤੇ ਨਾਲੋਂ ਮੁੱਖੋਂ ਬਾਣੀ ਪੜ੍ਹਨੀ, ਬੱਚਿਆਂ ਨੇ ਵੀ ਨਾਲ ਨਾਲ ਬਾਣੀ ਸੁਣਨੀ, ਅਤੇ ਬੱਚੇ ਵੀ ਨਾਲ ਨਾਲ ਪੜ੍ਹਦੇ ਹੁੰਦੇ ਸੀ। ਅਤੇ ਅੱਜ ਦੀਆਂ ਬੀਬੀਆਂ ਜਿਹੜੀਆਂ, ਮਾਫ਼ ਕਰਨਾ, ਇਹੋ ਜਿਹੇ ਹਾਲਾਤ ਬਣ ਚੁੱਕੇ ਸਿੱਖਾਂ ਦੇ ਘਰ ਵਿੱਚ, ਜਿੱਥੇ ਸਿੱਖ ਗੁਰੂ ਨੇ ਆਖਿਆ ਕਿ ਕੇਸ ਗੁਰੂ ਕੀ ਮੋਹਰ ਹਨ। ਸਿੱਖਾਂ ਦੇ ਘਰ ਦੇ ਵਿੱਚ ਹੀ ਬੀਬੀਆਂ ਕਹਿ ਦਿੰਦੀਆਂ ਕਿ ਬੱਚੇ ਦਾ ਜੂੜਾ ਵਾਰ-ਵਾਰ ਕਰਨਾ ਪੈਂਦਾ ਏ, ਚਲੋ ਨਾਈ ਦੀ ਦੁਕਾਨ 'ਤੇ ਪੁੱਤ ਆਪਣੇ ਕੇਸ ਕਟਾ ਕੇ ਜਾ ਤੂੰ। ਆਪਣੇ ਹੱਥੀਂ ਪੈਸੇ ਦੇ। ਪਹਿਲਾਂ ਮੁੱਲ ਪੈਂਦੇ ਸੀ ਸਿਰਾਂ ਦੇ, ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਅਤੇ ਉਦੋਂ ਗੁਰੂ ਸਵਾਰਿਓ ਸਿੰਘ ਆਪਣੇ ਸੀਸ ਕਟਾ ਦਿੰਦੇ ਸਨ, ਪਰ ਕੇਸ ਨਹੀਂ ਕਤਲ ਹੋਣ ਦਿੰਦੇ ਸੀ। ਅਤੇ ਅੱਜ ਮਾਈਆਂ ਗੁਰੂ ਸਵਾਰੇ ਆਪਣੇ ਹੱਥੀਂ ਪੈਸੇ ਦੇ ਕੇ ਆਪਣੇ ਬੱਚਿਆਂ ਨੂੰ ਕਹਿੰਦੇ ਪੁੱਤ ਜਾ ਫਲਾਣੇ ਨਾਈ ਦੀ ਦੁਕਾਨ ਉੱਤੇ ਅਸਤਾਂ ਨੂੰ ਤੂੰ ਆਪਣੇ ਕੇਸਾਂ ਦਾ ਕਤਲ ਕਰਾ। ਨਹੀਂ ਗੁਰੂ ਸਵਾਰਿਓ, ਜੇ ਗੁਰੂ ਦੀ ਮੱਤ ਦੇ ਧਾਰਨੀ ਬਣਨਾ ਹੈ, ਅਤੇ ਗੁਰੂ ਦੇ ਮੱਤ ਦੇ ਧਾਰਨੀ ਬਣਨ ਦੇ ਲਈ ਸਾਨੂੰ ਸਾਬਤ ਸੂਰਤ ਹੋਣਾ ਪਵੇਗਾ। ਕਿਉਂਕਿ ਮੈਂ ਨਹੀਂ ਕਹਿ ਰਿਹਾ, ਇਹ ਸਾਡੀਆਂ ਗੁਰੂ ਕਲਗੀਧਰ ਪਾਤਸ਼ਾਹ ਨੇ ਜੋ ਰਹਿਤ ਸਾਨੂੰ ਦੱਸੀ ਹੈ, ਅਤੇ ਕੇਸ ਮੋਹਰ ਨੇ ਗੁਰੂ ਕੇ, ਅਤੇ ਸਤਿਗੁਰੂ ਨੇ ਕਿਹਾ ਸਾਬਤ ਸੂਰਤ ਦਸਤਾਰ ਸਿਰਾ। ਗੁਰਬਾਣੀ ਵਿੱਚ ਪਾਤਸ਼ਾਹ ਦੇ ਬਚਨ ਨੇ ਕਿ ਮੇਰਾ ਸਿੱਖ ਦੇ ਗੁਣ ਕਿਹੜੇ ਨੇ, ਮੇਰਾ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ। ਕਹਿੰਦੇ ਮੇਰਾ ਸਿੱਖ ਸਾਬਤ ਸੂਰਤ ਹੋਵੇ, ਮੇਰੇ ਸਿੱਖ ਦੇ ਸੀਸ ਉੱਤੇ ਦਸਤਾਰ ਹੋਵੇ। ਇਹ ਸਤਿਗੁਰ ਦੇ ਬਚਨ ਨੇ ਗੁਰੂ ਸਵਾਰਿਆ। ਪਰ ਮਾਫ਼ ਕਰਨਾ, ਪੰਜਾਬ ਦੀ ਧਰਤੀ ਦੇ ਉੱਤੇ ਹੀ, ਬਾਕੀ ਤਾਂ ਆਪਾਂ ਹੋਰਨਾਂ ਸੂਬਿਆਂ ਦੀ ਗੱਲ ਕੀ ਕਰਨੀ ਹੈ, ਆਪਾਂ ਪੰਜਾਬ ਦੀ ਧਰਤੀ ਦੀ ਗੱਲ ਕਿ ਜਦੋਂ ਪਿੰਡਾਂ ਵਿੱਚ ਜਾਈਦਾ, ਪਿੰਡਾਂ ਵਿੱਚ ਵਿਚਰੀਦਾ, ਅਤੇ ਗੁਰੂ ਸਵਾਰੇ ਜੇ 80% ਜਿਹੜੇ ਲੋਕ ਨੇ ਉਹਨਾਂ ਨੇ ਕੇਸ ਕਤਲ ਕੀਤੇ ਹੋਏ ਨੇ, ਅਤੇ ਜਿਹੜੇ 20% ਨੇ ਉਹ ਕੇਸਾਂ ਧਾਰੀ ਦਸਤਾਰਾਂ ਬੰਨੀਆਂ ਹੋਈਆਂ ਨੇ। ਅਤੇ ਜਿਹੜਾ ਉਹਨਾਂ ਵਿੱਚੋਂ 20% ਦੇ ਵਿੱਚੋਂ ਵੀ 10% ਉਹ ਨੇ ਜਿਨ੍ਹਾਂ ਨੇ ਸੀਸ ਉੱਤੇ ਦਸਤਾਰਾਂ ਤਾਂ ਬੱਧੀਆਂ ਹੋਈਆਂ ਨੇ, ਸਜਾਈਆਂ ਹੋਈਆਂ ਨੇ, ਪਰ ਮੁੱਖ ਉੱਤੇ ਦਾੜੀ ਨਹੀਂ ਆਣ ਦਿੰਦੇ ਨੇ। ਦਾੜੀ ਕਤਲ ਕੀਤੀ ਹੋਈ ਹੈ, ਕੇਸ ਕਤਲ। ਇਹਦਾ ਮਤਲਬ ਕੀ ਹੈ? ਇੱਕ ਪਾਸੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨਦੇ ਹਾਂ, ਅਤੇ ਦੂਜੇ ਪਾਸੇ ਆਪਾਂ ਗੁਰੂ ਦੀ ਗੱਲ ਮੰਨਣ ਲਈ ਤਿਆਰ ਨਹੀਂ ਹਾਂ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਗੁਰਮਤੀ ਨਾਮ ਉਧਾਰਾ, ਕਿ ਗੁਰੂ ਦੀ ਮੱਤ ਦਾ ਧਾਰਨੀ ਬਣ। ਕਹਿੰਦੇ ਭਾਈ ਇਹ ਗੁਰੂ ਕਹਿੰਦਾ ਕਿ ਨਾਮ ਜਪ ਸਿੱਖਾ, ਨਾਮ ਜਪ ਕੇ ਹੀ ਤੇਰਾ ਉਧਾਰਾ ਪਾਰ ਉਤਾਰਾ ਹੋਵੇਗਾ। ਗੁਰ ਪੂਰੈ ਪੂਰੀ ਮਤ ਹੈ, ਪੂਰੈ ਸ਼ਬਦ ਵਿਚਾਰਾ। ਅਗਲੀ ਪੰਕਤੀ 'ਚ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਗੁਰ ਪੂਰੈ ਪੂਰੀ ਮਤ ਹੈ। ਪੂਰੀ ਮੱਤ ਕਿਹਦੇ ਕੋਲ ਹੈ? ਗੁਰੂ ਦੇ ਕੋਲ ਹੀ ਹੈ। ਬਾਕੀ ਜਿਹੜੀਆਂ ਮਤਾਵਾਂ ਨੇ ਹੋਰ ਸਾਰੀਆਂ ਮੱਤਾਂ ਅਧੂਰੀਆਂ ਨੇ। ਗੁਰੂ ਕੋਲ ਪੂਰੀ ਮੱਤ ਹੈ, ਗੁਰੂ ਕੋਲ ਸ਼੍ਰੇਸ਼ਟ ਅਕਲ ਹੈ, ਜਿਸ ਅਕਲ ਦੇ ਰਾਹੀਂ ਗੁਰੂ ਪਰਮੇਸ਼ਰ ਨਾਲ ਇੱਕ ਮਿੱਕ ਹੈ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਿਹਾ ਸਮਾਏ, ਉਹ ਸਾਰੀਆਂ ਥਾਂ ਸਮਾਇਆ ਹੋਇਆ ਹੈ। ਕਹਿੰਦੇ ਇਸ ਕਰਕੇ ਪੂਰੇ ਗੁਰੂ ਦੇ ਲੜ ਲੱਗ ਕੇ ਪੂਰੇ ਗੁਰੂ ਦੀ ਮੱਤ ਦਾ ਧਾਰਨੀ ਬਣ ਜਾ, ਪੂਰੇ ਗੁਰੂ ਦੀ ਮੱਤ ਲੈਣਾ ਕਰ। ਫਿਰ ਪੂਰਾ ਸ਼ਬਦ ਵਿਚਾਰਾ,
ਜਿਹੜਾ ਪੂਰਾ ਗੁਰੂ ਹੈ ਨਾ, ਗੁਰੂ ਦਾ ਸ਼ਬਦ ਦੀ ਕਹਿੰਦੇ ਤੂੰ ਵਿਚਾਰ ਕਰ ਭਾਈ। ਜੇ ਵਿਚਾਰ ਕਰੇਗਾ ਨਾ ਫਿਰ ਤੇਰਾ ਪਾਰ ਉਤਾਰਾ ਹੋਣਾ ਹੈ। ਸਮਾਂ ਸੀਮਤ ਹੈ, ਸਮਾਂ ਯਾਦ ਨਹੀਂ ਦੇ ਰਿਹਾ। ਤੇ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਪੂਰੇ ਗੁਰੂ ਦੀ ਮੱਤ ਦੀ ਧਾਰਨੀ ਬਣ ਕੇ ਕਹਿੰਦੇ ਭਾਈ ਗੁਰੂ ਦੀ ਮੱਤ ਲੈ ਕੇ ਤੂੰ ਉਸ ਗੁਰੂ ਦੇ ਸ਼ਬਦ ਦੀ ਵਿਚਾਰ ਕਰ। 68 ਤੀਰਥ ਹਰ ਨਾਮ ਹੈ, ਕਿਲ ਵਿਖ ਕਾਟਣ ਹਾਰਾ। ਹਰੀ ਦਾ ਜਿਹੜਾ ਨਾਮ ਹੈ ਨਾ, ਇਹੀ 68 ਤੀਰਥ ਹੈ। ਜਿਹਨੇ ਹਰੀ ਦਾ ਨਾਮ ਜਪ ਲਿਆ, ਤੀਰਥ ਨਹਾਵਣ ਜਾਓ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ। 10 ਪੁਰਸ਼ ਦਾ ਦਸਾਹਰਾ, ਹੋ ਨਾਮ ਹਰ ਕਾ ਸਦਾ ਜਾਚੋਂ, ਦੇਹੁ ਪ੍ਰਭ ਧਰਣੀ ਧਰਾ। ਇਹ ਧਰਣੀ ਦੇ ਧਰਾ, ਧਰਤੀ ਦੇ ਆਸਰਾ ਪ੍ਰਭੂ ਜੀ ਸਾਨੂੰ ਆਪਣੇ ਦਰ ਨਾਮ ਦੇਣਾ ਕਰੋ। ਇਸ ਕਰਕੇ ਸਤਿਗੁਰਾਂ ਕਿਲ ਵਿਖ ਕਾਟਣ ਹਾਰਾ। ਨਾਮ ਸਾਰੇ ਜਿੰਨੇ ਵੀ, ਕਿਲ ਵਿਖ ਦਾ ਅਰਥ ਹੈ ਪਾਪ। ਛੋਟੇ ਵੱਡੇ ਜਿੰਨੇ ਵੀ ਜ਼ਿੰਦਗੀ 'ਚ ਮਨੁੱਖ ਨੇ ਪਾਪ ਕੀਤੇ ਨੇ, ਉਹ ਜੀਵ ਦੇ ਕੀਤੇ ਹੋਏ ਪਾਪਾਂ ਨੂੰ ਕੱਟਣ ਵਾਲਾ ਹੈ। ਜਲ ਬਿਲੋਵੈ ਜਲ ਮਥੈ, ਤਤ ਲੋੜੈ ਅੰਧ ਅਗਿਆਨਾ। ਧਰਮ ਦੀ ਦੁਨੀਆ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਸਾਧਨ ਨੇ। ਵੱਖਰੇ ਵੱਖਰੇ ਧਰਮ ਦੇ ਵਿੱਚ ਪਰਮਾਤਮਾ ਦੀ ਇਬਾਦਤ ਕਰਨ ਦੇ ਬਹੁਤ ਆਧਾਰ ਦੇ ਵਿੱਚ ਸਾਡੇ ਜਿਹੜੇ ਇਹ ਸਾਨੂੰ ਸਾਧਨ ਬਖਸ਼ੇ ਸੀ ਨਾ, ਇਹ ਕਰਮ ਕਾਂਡ ਬਣ ਕੇ ਰਹਿ ਗਏ। ਕਰਮ ਕਾਂਡ ਕਿਸ ਤਰ੍ਹਾਂ ਕਿ ਜਿਵੇਂ ਕੋਈ ਮਨੁੱਖ ਜਲ ਨੂੰ ਰਿੜਕਣ ਲੱਗ, ਪਾਣੀ ਨੂੰ ਰਿੜਕੇ, ਤੇ ਪਾਣੀ ਨੂੰ ਰਿੜਕੇ ਆਖੇ ਕਿ ਪਾਣੀ ਵਿੱਚੋਂ ਮੱਖਣ ਕੱਢਣਾ ਹੈ, ਤੇ ਪਾਣੀ ਵਿੱਚੋਂ ਗੁਰੂ ਸਾਹਿਬ ਮੱਖਣ ਪ੍ਰਾਪਤ ਨਹੀਂ ਹੋਣਾ। ਪਾਣੀ ਨੂੰ ਜਿੰਨਾ ਮਰਜ਼ੀ ਰਿੜਕੀ ਜਾਈਏ ਉਹ ਪਾਣੀ ਰਹੇਗਾ। ਉਹ ਸਤਿਗੁਰੂ ਫਿਰ ਇੱਥੇ ਉਦਾਹਰਣ ਦਿੰਦੇ ਨੇ, ਕਹਿੰਦੇ ਜਲ ਬਿਲੋਵੈ ਜਲ ਮੱਥੈ। ਕਹਿੰਦੇ ਇਸ ਤਰ੍ਹਾਂ ਪਾਣੀ ਨੂੰ ਹੀ ਮੱਥਾ ਰਿੜਕ ਰਿਹਾ ਹੈ ਤੇ ਸੋਚਦਾ ਤਤ ਇਹਦੇ ਵਿੱਚ ਮੈਨੂੰ ਤਤ ਪ੍ਰਾਪਤ, ਮੱਖਣ ਪ੍ਰਾਪਤ ਹੋਵੇਗਾ। ਤਤ ਲੋੜ ਹੈ ਅੰਧ ਅਗਿਆਨਾ, ਅਗਿਆਨੀ ਜੀਵ, ਅੰਧਲਾ ਜੀਵ ਇਸ ਤਰ੍ਹਾਂ ਇਹ ਸੋਚ ਰਿਹਾ ਹੈ। ਕਹਿੰਦੇ ਇਸ ਤਰ੍ਹਾਂ ਭਾਈ ਤੈਨੂੰ ਪਾਣੀ ਵਿੱਚੋਂ ਪਾਣੀ ਮਿਲੇਗਾ, ਮੱਖਣ ਨਹੀਂ ਮਿਲ ਸਕਦਾ ਹੈ। ਗੁਰਮਤੀ ਦਦ ਮੱਥੀਐ, ਅੰਮ੍ਰਿਤ ਪਾਈਐ ਨਾਮ ਨਿਧਾਨਾ। ਫਿਰ ਸਤਿਗੁਰੂ ਜੀ ਕਿਵੇਂ ਮੱਖਣ ਪ੍ਰਾਪਤ ਹੋ ਸਕਦਾ? ਪਾਤਸ਼ਾਹ ਜੀ ਕਹਿੰਦੇ ਗੁਰਮਤੀ ਦਦ ਮੱਥੀ ਹੈ। ਜਿਹੜੀ ਗੁਰੂ ਦੀ ਮੱਤ ਦਾ ਧਾਰਨੀ ਬਣਨਾ ਨਾ, ਗੁਰੂ ਦੀ ਮੱਤ ਲੈਣੀ ਹੈ, ਉਹਦੇ ਮੁਤਾਬਕ ਜੀਵਨ ਨੂੰ ਬਤੀਤ ਕਰਨਾ, ਸ਼ਬਦ ਦੀ ਵਿਚਾਰ ਕਰਨੀ ਹੈ। ਕਹਿੰਦੇ ਮਾਨੋ ਇਹ ਦੁੱਧ ਮੱਥਣ ਦੀ ਨਿਆਈ ਹੈ, ਦੁੱਧ ਨੂੰ ਰਿੜਕਣ ਦੀ ਨਿਆਈ ਹੈ। ਜੇ ਦੁੱਧ ਨੂੰ ਰਿੜਕਾਂਗੇ ਤਾਂ ਇਸੇ ਦੁੱਧ ਵਿੱਚੋਂ ਹੀ ਫਿਰ ਕਹਿੰਦੇ ਅੰਮ੍ਰਿਤ ਪਾਈਆ ਨਾਮ ਨਿਧਾਨਾ, ਫਿਰ ਜੀਵ ਨੂੰ ਮੱਖਣ ਪ੍ਰਾਪਤ ਹੋਇਆ। ਆਪਾਂ ਦੇਖਦੇ ਹਾਂ ਮਾਈਆਂ ਘਰ ਦੇ ਵਿੱਚ ਮਧਾਣੀ ਦਾ ਹੀ ਗੁਰੂ ਸਰੇ ਦੁੱਧ ਰਿੜਕਦੀਆਂ ਨੇ ਤੇ ਵਿੱਚੋਂ ਮੱਖਣ ਪੈਦਾ ਹੁੰਦਾ ਹੈ। ਤੇ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਜਿਹੜੇ ਨਾਮ ਨੂੰ ਮੱਥਨ ਕਰਦੇ ਨੇ, ਨਾਮ ਜਪਦੇ ਨੇ ਤੇ ਗੁਰੂ ਦੀ ਮੱਤ ਦੇ ਧਾਰਨੀ ਬਣਦੇ ਨੇ, ਉਹਨਾਂ ਨੂੰ ਫਿਰ ਨਾਮ ਰੂਪੀ ਭਗਤੀ ਰੂਪੀ ਮੱਖਣ, ਨਾਮ ਦਾ ਖਜ਼ਾਨਾ, ਨਿਧੀਆਂ ਦਾ ਖਜ਼ਾਨਾ ਪਰਮਾਤਮਾ ਗੁਰੂ ਸਾਹਿਬਾਨ ਦੇ ਦਰ ਤੋਂ ਪ੍ਰਾਪਤ ਹੋ ਜਾਂਦਾ ਹੈ। ਮਨ ਮੁਖ ਤਤ ਨ ਜਾਣਨੀ, ਪਸ਼ੂ ਮਾਹੇ ਸਮਾਨਾ। ਪਰ ਕਹਿੰਦੇ ਮਨਮੁਖ ਜੀਵ ਦੀ ਇਹੋ ਜਿਹੀ ਹਾਲਤ ਹੈ, ਮਨਮੁਖ ਜਿਹੜਾ ਮਨ ਦੀ ਮਰਜ਼ੀ ਕਰਨ ਵਾਲਾ, ਉਹ ਤਤ ਸਾਰ ਨੂੰ ਨਹੀਂ ਜਾਣਦਾ। ਤੇ ਉਸ ਮਨੁੱਖ ਦੀ ਹਾਲਤ ਕਿਹੋ ਜਿਹੀ ਜੀਵ ਦੀ? ਕਹਿੰਦੇ ਪਸ਼ੂ ਮਾਹੇ ਸਮਾਨਾ। ਹੈ ਤਾਂ ਕਹਿੰਦੇ ਮਨੁੱਖ ਹੈ, ਮਨੁੱਖਾ ਦੇ ਹੀ ਲੈ ਕੇ ਆਇਆ, ਪਰ ਕਹਿੰਦੇ ਮਨੁੱਖ ਹੁੰਦਿਆਂ ਹੋਇਆਂ ਵੀ ਉਹ ਪਸ਼ੂਆਂ ਦੀ ਨਹੀਂ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਿਹਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਇਹੋ ਜਿਹੀ ਹਾਲਤ ਹੈ। ਹੋਮੈ ਮੇਰਾ ਮਰੀ ਮਾਰ, ਮਰ ਜੰਮੈ ਬਾਰੋ ਬਾਰ। ਹੋਮੈ ਮੈਂ ਹਾਂ, ਮੈਂ ਹਾਂ। ਮਨੁੱਖ ਸਾਰੀ ਉਮਰ ਹੀ ਇਹੀ ਕਰਦਾ ਹੈ, ਬਚਪਨ ਤੋਂ ਲੈ ਕੇ ਬੁਢਾਪੇ ਤੱਕ ਮੈਂ। ਪਰ ਤੂੰ ਕੁਝ ਵੀ ਨਹੀਂ ਹੈ। ਜਦੋਂ ਤੱਕ ਤੂੰ ਨਹੀਂ ਵਿੱਚ ਆਉਂਦਾ ਨਾ, ਤੂੰ ਨਹੀਂ ਆਉਂਦਾ, ਉਦੋਂ ਤੱਕ ਗੁਰੂ ਸਰੇ ਉਸ ਰੱਬ ਦੀ ਪ੍ਰਾਪਤੀ ਨਹੀਂ ਹੈ। ਕਬੀਰ ਜੀ ਦੇ ਬਚਨ ਆਪ ਜੀ ਨੇ ਕਈ ਵਾਰੀ ਸਰਵਣ ਕੀਤੇ ਨੇ।
कबीर तू तू करता तू हुआ, मुझ में रहा ना हूँ, जब आपा पर का मिट गया, जा देखो तद तू। कलगीधर पातशाह कहते ने जलस तू ही, थलस तू ही, तू ही तू ही तू ही। कई बारी सतगुरु सतलुज दरिया के किनारे ते बैठे ने, तू ही दी धुन लै के कई बारी सतगुरु उच्चारण करता, मगन हो गए उस मालिक के रंग विच। पातशाह ने कदे नहीं आखिया कि मैं हाँ। कलगीधर पातशाह महाराज अपने आप नूं कहते मोको दास तबन का जानो, मैं उस मालिक दा दास हाँ। जो हमको परमेश्वर उचरै ते सब नर कुंट में पर हैं। अपने आप नूं है परमेश्वर दी जोत ने, निरंकार हन, पर कहते नहीं भाई मैनू परमेश्वर ना आखना करो। परमेश्वर तो वाहिगुरू है, वो अकाल पुरख है, तो मैं तो उहदा एक मोको दास तबन का जानू, मैं तो दास हाँ, सेवक हाँ। जो इहो जी अवस्था बनती है ना, फिर उदों गुरु सर रब की प्राप्ति होंदी है। तो सतगुरु कहते ने, कहते होमै मेरा मरी मार, होमै विच जीव खचत है, मेरा मेरा करदा, मेरे ते विच लग्या होया है, जिस करके बार बार ये मरदा। जम गया मर जमै बारो बार, बार बार जम्मिया फिर मर गया, फिर जम गया, फिर मर गया, टेढ़ियां मेढ़ियां जूना विच भड़कदा, इस तरह चक्कर विच लग्या रहा। गुर कै शब्दे जे मरै, फिर मरै न दूजी बार। जिहड़ा इसे प्रकार जिहड़ा गुरु दे शब्द जिहड़ा मर जावे ना, भा गुरु दे शब्द राहीं अपने मन दे संकल्पां विकल्पां नूं मार लवे, मन नूं संकल्पां विकल्पां वल्लों रोक लवे, विकारां वल्लों रोक लवे, असल विच गुरु सवारे फिर वो असल मरे हुए ने। वो फिर उस मालिक दे दर ते प्रवान उन्हें अपने आप नूं मारना कीता। कहते फिर मरै न दूजी बार, वो दुआरा नहीं फिर मरदा, भाव वो जम्मण मरण तो रहत हो जाता है। गुरमति जग जीवन मन वसै, सब कुल उदाहरण हार। गुरु की मत दे राही ही जगत नूं जीवन देण वाला परमेश्वर जिहड़ा वाहिगुरू है, वो मन विच वसदा है। जिन्हां दे मन विच उस वाहिगुरू दा नाम वस जांदा, कहंदे फिर वो जीव अपनियां कुलां दा भी उद्धार कर लैंदे हन, आप भी तर जांदे ने, अपनियां कुलां नूं भी तार लैंदे हन। ये गुरु सवारिओ सतगुरु जी ने साडे उत्ते बख्शिश कीती है। 4 पदियां दी विचार हुई है, बाकी रहिंदे 4 पदियां दी विचार गुरु साहिबान जी कृपा करन, रहमत करन, बल बख्शिश करन। कल वाली